स्वागत स्वागत जी आयां नूं। मैं हाँ संजीव। जी आयां नूं जी। मैं हाँ वरुण कौर मान। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਹਰ ਰੋਜ਼ ਵਾਂਗ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ। ਹਰ ਰੋਜ਼ ਵਾਂਗ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ। ਤੁਸੀਂ ਮੈਨੂੰ ਕਾਪੀ ਕਿਉਂ ਕਰ ਰਹੇ ਹੋ? ਪਹਿਲਾਂ ਮੈਨੂੰ ਇਹ ਦੱਸੋ। ਤੁਸੀਂ ਮੈਂ ਨਾ ਦੇਖੋ ਸਵੇਰ ਦੀ ਤੁਹਾਡੇ ਨਾਲ ਬੈਠੀ ਆ, ਅੱਗੇ ਪਿੱਛੇ ਵੀ ਆਪਾਂ ਆਪਸ ਚ ਇੱਕ ਦੂਸਰੇ ਦੇ ਨਾਲ ਬੈਠਦੇ ਆ, ਮੇਰੇ ਤੇ ਨਾ ਤੁਹਾਡਾ ਪ੍ਰਭਾਵ ਪੈਣ ਲੱਗ ਗਿਆ। ਮਤਲਬ ਤੁਸੀਂ ਮੇਰੀ ਨਕਲ ਕਰਨੀ ਸ਼ੁਰੂ ਕਰਤੀ? ਨਹੀਂ ਨਕਲ ਨਹੀਂ, ਪ੍ਰਭਾਵ ਪਿਆ। ਪ੍ਰਭਾਵ ਪੈ ਗਿਆ। ਅੱਛਾ ਚਲੋ ਠੀਕ ਆ। ਪ੍ਰਭਾਵ ਤੇ ਸਾਨੂੰ ਪੈਣਾ ਚਾਹੀਦਾ ਹੈ, ਚੰਗੀਆਂ ਗੱਲਾਂ ਦਾ ਪੈਣਾ ਚਾਹੀਦਾ ਹੈ ਨਾ। ਵੈਸੇ ਇਹ ਵੀ ਚੰਗੀ ਗੱਲ ਹੈ ਕਿ ਤੁਸੀਂ ਮੇਰੇ ਨਾਲ ਬੈਠੇ ਹੋ। ਮੈਂ ਤੁਹਾਡੇ ਨਾਲ ਬੈਠਾ, ਇਹ ਵੀ ਚੰਗੀ ਗੱਲ ਹੈ। ਪ੍ਰਭਾਵ ਜਿਹੜਾ ਹੈ ਨਾ ਇਹ ਇਨਸਾਨ ਦੇ ਉੱਤੇ ਜੇ ਚੰਗਾ ਪਵੇ, ਚੰਗੀਆਂ ਗੱਲਾਂ ਦਾ ਪਵੇ ਤਾਂ ਬਹੁਤ ਵਧੀਆ ਰਹਿੰਦਾ ਹੈ। ਦੇਖੋ ਕਿੰਨੀ ਵਧੀਆ ਗੱਲ ਹੈ ਨਾ। ਆਪਾਂ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਆ, ਤੁਸੀਂ ਵੀ ਆਖਿਆ ਮੈਂ ਵੀ ਆਖਿਆ, ਚੰਗੀ ਗੱਲ ਦਾ ਹੀ ਪ੍ਰਭਾਵ ਪਿਆ ਮੇਰੇ ਤੇ। ਬਿਲਕੁਲ। ਔਰ ਇਹ ਜਿਹੜੇ ਪ੍ਰਭਾਵ ਨੇ ਨਾ ਇਹ ਅਸੀਂ ਸੱਭਿਆਚਾਰ ਤੋਂ ਲੈਨੇ ਆ। ਬਿਲਕੁਲ। ਜਿਵੇਂ ਅਸੀਂ ਕਿਸੇ ਨੂੰ ਚਿੱਠੀ ਲਿਖਦੇ ਹਾਂ ਤਾਂ ਅਸੀਂ ਕੀ ਲਿਖਦੇ ਹਾਂ? ਵੱਡਿਆਂ ਨੂੰ ਮੱਥਾ ਟੇਕਦੇ ਹਾਂ, ਛੋਟਿਆਂ ਨੂੰ ਪਿਆਰ, ਤੇ ਜਿਹੜੇ ਮੇਰੇ ਹਮ ਉਮਰ ਨੇ ਸਤਿ ਸ੍ਰੀ ਅਕਾਲ ਜੀ। ਮਤਲਬ ਇਹ ਵੀ ਸਾਡਾ ਸੱਭਿਆਚਾਰ ਹੈ ਕਿ ਸਾਨੂੰ ਪਤਾ ਹੈ ਕਿ ਇਹਨੂੰ ਕਿੱਥੇ ਰੱਖਣਾ ਹੈ। ਬਿਲਕੁਲ। ਸੋ ਇਹ ਸੱਭਿਆਚਾਰ ਜਿਹੜਾ ਹੈ, ਇਹਦਾ ਜਿਹੜਾ ਵਰਤਾਰਾ ਹੈ, ਇਹ ਸਾਡੇ ਜੀਵਨ ਤੇ ਅਸਰ ਜ਼ਰੂਰ ਪਾਉਂਦਾ ਹੈ। ਬਿਲਕੁਲ, ਸਾਡੇ ਜੀਵਨ ਦੇ ਉੱਤੇ ਪ੍ਰਭਾਵ ਬਹੁਤ ਪਾਉਂਦਾ ਹੈ। ਸੱਭਿਆਚਾਰ ਜਿਹੜਾ ਹੈ ਸਾਡੇ ਨਾਲ ਜੁੜਦਾ ਹੈ, ਜਨਮ ਤੋਂ ਲੈ ਕੇ ਬੰਦੇ ਦੇ ਅੰਤ ਤੱਕ ਹਮੇਸ਼ਾ ਜੁੜਦਾ ਹੈ ਤੇ ਸਾਨੂੰ ਇੰਨਾ ਕੁਝ ਦਿੰਦਾ ਹੈ ਜ਼ਿੰਦਗੀ ਦੇ ਵਿੱਚ ਕਿ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਸਾਡਾ ਇਹ ਪ੍ਰੋਗਰਾਮ ਵੀ ਉਦੋਂ ਹੀ ਸਫਲ ਹੁੰਦਾ ਹੈ ਜਦੋਂ ਆਪਣੇ ਮਹਿਮਾਨ ਦੇ ਨਾਲ ਤੁਹਾਡੀ ਜਾਣ ਪਹਿਚਾਣ ਕਰਾਉਂਦੇ ਆ, ਕਿਉਂਕਿ ਅਸੀਂ ਕਰਨੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਗੱਲਾਂ ਆਪਣੇ ਮਹਿਮਾਨ ਦੇ ਨਾਲ। ਸਾਡੇ ਸਟੂਡੀਓ ਦੇ ਵਿਚਕਾਰ ਅੱਜ ਪਹੁੰਚੇ ਨੇ ਡਾਕਟਰ ਗੋਪਾਲ ਸਿੰਘ ਬੁੱਟਰ, ਜੋ ਕਿ ਐਸੋਸੀਏਟ ਪ੍ਰੋਫੈਸਰ ਹਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ, ਹੈੱਡ ਆਫ ਦਾ ਡਿਪਾਰਟਮੈਂਟ ਵੀ ਨੇ ਪੰਜਾਬੀ ਵਿਭਾਗ ਤੋਂ। ਬਹੁਤ ਬਹੁਤ ਜੀ ਆਇਆਂ ਜੀ। ਬੁੱਟਰ ਸਰ, ਤੁਸੀਂ ਪ੍ਰਭਾਵ ਤੇ ਦੇਖ ਹੀ ਲਿਆ, ਹੁਣ ਤੁਹਾਡਾ ਪ੍ਰਭਾਵ ਸਾਡੇ ਤੇ ਪੈਣਾ ਹੈ। ਕਹਿੰਦੇ ਨੇ ਕਿ ਜੋ ਪਿਆਰ ਹੈ ਆਪਸੀ, ਇਹੀ ਸੱਭਿਆਚਾਰ ਹੈ। ਤੇ ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਔਰ ਉਸੇ ਤਰ੍ਹਾਂ ਸੱਭਿਆਚਾਰ ਦੀ ਕੋਈ ਪਰਿਭਾਸ਼ਾ ਨਹੀਂ ਆਉਂਦੀ। ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ, ਅਸੀਂ ਪਿਆਰ ਨੂੰ ਜਿਉਂਦੇ ਹਾਂ, ਉਸੇ ਤਰ੍ਹਾਂ ਹੀ ਅਸੀਂ ਸੱਭਿਆਚਾਰ ਨੂੰ ਜਿਉਂਦੇ ਹਾਂ। ਪਰ ਫਿਰ ਵੀ ਜੇ ਸਮਝਣਾ ਹੋਵੇ ਤਾਂ ਸੱਭਿਆਚਾਰ ਦੀ ਪਰਿਭਾਸ਼ਾ ਕੀ ਕਹਿ ਸਕਦੇ ਹੋ ਥੋੜੇ ਜਿਹੇ ਸ਼ਬਦਾਂ ਦੇ ਵਿੱਚ? ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਸੱਭਿਆਚਾਰ ਸ਼ਬਦ ਜਿਹੜਾ ਆ ਜਾਂ ਇਹ ਜਿਹੜਾ ਕਨਸੈਪਟ ਆ, ਸੰਕਲਪ ਆ, ਹਾਂਜੀ, ਇਹਦੇ ਬਾਰੇ ਬਹੁਤ ਵੱਡਾ ਭੰਬਲ-ਭੂਸਾ ਹੈ। ਓਕੇ, ਕਿ ਸੱਭਿਆਚਾਰ ਹੈ ਕੀ, ਇਹਦੇ ਬਾਰੇ ਅਸੀਂ ਅੰਦਾਜ਼ਾ ਜਿਹਾ ਲਾ ਕੇ ਗੱਲ ਕਰਦੇ ਹਾਂ। ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਇਹਦੀ ਅਕੈਡਮਿਕ ਕਿਸਮ ਦੀ ਪਰਿਭਾਸ਼ਾ ਆ, ਉਹਦੇ ਅੰਗ ਸੰਗ ਤੇ ਰਹਿੰਦੇ ਆ ਪਰ ਉਹਦੇ ਵਿੱਚ ਨਹੀਂ ਅਸੀਂ ਜਾਂਦੇ। ਤੇ ਬਹੁਤ ਸਾਰੇ ਜਦੋਂ ਮੈਂ ਪੰਜਾਬੀ ਸੱਭਿਆਚਾਰ ਦੀ ਗੱਲ ਸੁਣਦਾ ਲੋਕਾਂ ਤੋਂ, ਤੇ ਆਮ ਤੌਰ ਤੇ ਜਿਹੜੇ ਸੱਭਿਆਚਾਰ ਨੂੰ ਸੱਭਿਆ ਜਮਾ ਆਚਾਰ ਦੇ ਸ਼ਬਦਾਂ ਦੀਆਂ ਜਿਹੜੇ ਅਰਥਾਂ ਦੀਆਂ ਸ਼ੇਡਸ ਆ ਉਹਦੇ ਮੁਤਾਬਕ ਦੇਖਦੇ ਆ। ਹਾਂਜੀ, ਕਿ ਸਾਊ ਚੱਜ ਆਚਾਰ, ਸਾਊ ਤਰੀਕਾ ਜੀਣ ਦਾ। ਤੇ ਇਹ ਸਾਡੀ ਜਿਹੜੀ ਕਲਚਰ ਦੀ ਪਰਿਭਾਸ਼ਾ ਹੈ ਇਹਦੇ ਨਾਲ ਥੋੜੀ ਵੱਖਰੀ ਵੀ ਆ। ਹਾਂਜੀ, ਸਾਡੇ ਆਮ ਤੌਰ ਤੇ ਕਹਿ ਦਿੰਦੇ ਚਰਖਾ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਖੂਹ, ਹਾਂਜੀ, ਇਹ ਸ਼ਬਦ ਪੰਜਾਬੀ ਸੱਭਿਆਚਾਰ ਹੈ ਜੀ। ਅੱਛਾ, ਉਹ ਅਸਲ 'ਚ ਇਹ ਸਾਡੇ ਚਿੰਨ੍ਹ ਆ, ਸਾਡੇ ਜੀਵਨ ਦਾ ਹਿੱਸਾ ਆ, ਸਾਡੇ ਇਸ ਕਲਚਰ ਦਾ ਹਿੱਸਾ ਤੇ ਹੈਗੇ ਆ, ਪਰ ਇਹ ਸੱਭਿਆਚਾਰ ਮੁਕੰਮਲ ਨਹੀਂਗਾ। ਇਹ ਉਹਦਾ ਹਿੱਸਾ ਆ। ਬਿਲਕੁਲ ਸਹੀ। ਉਹਦੇ ਨਾਲ ਜਿਹੜੀਆਂ ਵੈਲਿਊਜ਼, ਅਸਲ 'ਚ ਸੱਭਿਆਚਾਰ ਇੱਕ ਜੀਵਨ ਜਾਚ ਦਾ ਹੀ ਨਾਂ ਆ ਜੀ। ਜਿਹੜੀਆਂ ਅਸੀਂ ਕਦਰਾਂ ਕੀਮਤਾਂ ਬਣੀਆਂ ਹੁੰਦੀਆਂ ਮਨੁੱਖੀ ਜੀਵਨ ਨੂੰ ਸੁਨਿਯਮਿਤ ਕਰਨ ਵਾਸਤੇ, ਅਨੁਸ਼ਾਸਿਤ ਕਰਨ ਵਾਸਤੇ, ਇੱਕ ਚੰਗਾ ਸਮਾਜ ਵਿਕਾਸ ਵੱਲ ਨੂੰ ਅਗਾਂਹ ਵਧੂ ਤੋਰਨ ਵਾਸਤੇ, ਜਿਹਦੇ 'ਚ ਪੋਜ਼ਿਟਿਵ ਗੱਲਾਂ ਜ਼ਿਆਦਾ ਹੋਣ, ਉਹ ਜਿਹੜੀਆਂ ਸਾਰੀਆਂ ਕਦਰਾਂ ਕੀਮਤਾਂ ਉਹੀ ਅਸਲ 'ਚ ਸੱਭਿਆਚਾਰ ਹੈ। ਸਾਰੇ ਪਾਸੇ ਸੱਭਿਆਚਾਰ ਹੈ, ਸਾਡੇ ਅੰਦਰ ਸੱਭਿਆਚਾਰ ਹੈ, ਇਹਨੂੰ ਮਹਿਸੂਸ ਕਰਨ ਦੀ ਲੋੜ ਹੈ। ਹਾਂ, ਅੱਛਾ, ਹੁਣ ਗੱਲ ਅਸਲ 'ਚ ਇਹ ਆ ਕਿ ਸੱਭਿਆਚਾਰ ਜੇ ਹੁੰਦਾ ਆ, ਇਹ ਇੱਕ ਜਿਹੜੀ ਜ਼ਮੀਨ ਦਾ ਖਿੱਤਾ ਆ, ਭੂਗੋਲਿਕ ਖਿੱਤਾ। ਹਾਂਜੀ, ਇੱਕ ਭੂਗੋਲਿਕ ਖਿੱਤੇ ਦੇ ਵਿੱਚ ਵਸਦਾ ਜਿਹੜਾ ਮਨੁੱਖੀ ਸਮਾਜ ਹੈ, ਹਾਂਜੀ, ਉਹਦਾ ਆਪਣਾ ਇੱਕ ਸੱਭਿਆਚਾਰ ਹੁੰਦਾ, ਆਪਣੀ ਜੀਵਨ ਜਾਚ ਹੁੰਦੀ ਹੈ, ਆਪਣੀ ਸੱਭਿਆਚਾਰ, ਆਪਣੀਆਂ ਉਹਨਾਂ ਦੀਆਂ ਕਦਰਾਂ ਕੀਮਤਾਂ ਹੁੰਦੀਆਂ। ਔਰ ਇਸੇ ਕਰਕੇ ਹੀ ਸੱਭਿਆਚਾਰ ਵੱਖ-ਵੱਖ ਖਿੱਤਿਆਂ ਦੇ ਵੱਖ-ਵੱਖ ਹੁੰਦੇ ਆ ਜੀ। ਜਿੱਦਾਂ ਹੁਣ ਆਪਾਂ ਵਿਆਹ ਸ਼ਾਦੀਆਂ ਸਾਰੀ ਦੁਨੀਆ ਤੇ ਹੁੰਦੇ ਆ, ਕੰਮ ਧੰਦੇ ਵੀ ਸਾਰੀ ਦੁਨੀਆ ਤੇ ਹੁੰਦੇ ਆ, ਹਾਂਜੀ, ਖਾਣ ਪੀਣ ਵੀ ਸਾਰੀ ਦੁਨੀਆ ਤੇ ਹੁੰਦਾ, ਪਰ ਪੰਜਾਬੀ ਲੋਕ ਕਿਸ ਵਿਧੀ ਵਿਧਾਨ ਦੇ ਮੁਤਾਬਕ ਇਹ ਕਾਰਜ ਜਿਹੜੇ ਕਰਦੇ ਆ ਜਾਂ ਕਿਸ ਤਰ੍ਹਾਂ ਉਹਨੂੰ ਨਿਭਾਉਂਦੇ ਆ ਜਾਂ ਕਿਸ ਤਰ੍ਹਾਂ ਉਹ ਜਿਉਂਦੇ ਆ, ਬਿਲਕੁਲ ਸਹੀ, ਉਹ ਪੰਜਾਬੀ ਸੱਭਿਆਚਾਰ ਹੈ।
ਤੇ ਬੁਨਿਆਦੀ ਗੱਲ ਇਹ ਹੈ ਕਿ ਸੱਭਿਆਚਾਰ ਹੁੰਦਾ ਵੀ ਸਿਰਫ ਮਨੁੱਖਾਂ ਦਾ ਹੀ ਆ ਜੀ। ਉਹਦਾ ਕਾਰਨ ਇਹ ਆ ਕਿ ਕੁਦਰਤ ਨੇ ਇਹ ਦਾਤ ਮਨੁੱਖਾਂ ਨੂੰ ਦਿੱਤੀ ਕਿ ਇਹਦੀ ਚੇਤਨਾ ਹੁੰਦੀ ਹੈ। ਹਾਂਜੀ। ਤੇ ਚੇਤਨਾ ਵਿੱਚੋਂ ਹੀ ਸਾਰੀ ਡਿਵੈਲਪਮੈਂਟ ਹੁੰਦੀ ਆ। ਬਾਕੀ ਜਿਹੜੇ ਸਾਡੇ ਹੋਰ ਪ੍ਰਾਣੀ ਆ ਉਹਨਾਂ ਦੇ ਵਿੱਚ ਇੰਨੀ ਚੇਤਨਾ ਡਿਵੈਲਪ ਨਹੀਂ ਹੁੰਦੀ ਕਿ ਉਹ ਕੋਈ ਆਪਣਾ ਜੀਵਨ ਢੰਗ ਨਿਯਮਤ ਬਣਾ ਸਕਣ। ਠੀਕ ਹੈ। ਪਰ ਸੱਭਿਆਚਾਰ ਕੀ ਆ, ਫਿਰ ਤੁਹਾਡੀ ਪਰਿਭਾਸ਼ਾ ਵਾਲੀ ਗੱਲ ਆ ਗਈ। ਇਹਦੇ 3 ਅੰਗ ਹੁੰਦੇ ਆ। ਸੱਭਿਆਚਾਰ ਦੇ 3 ਅੰਗ ਆ ਜੀ। ਇੱਕ ਪਦਾਰਥਕ ਸੱਭਿਆਚਾਰ ਜੀ। ਇੱਕ ਹੁੰਦਾ ਬੋਧਾਤਮਕ ਸੱਭਿਆਚਾਰ ਜਿਹਦਾ ਸਾਡੀ ਬੁੱਧੀ ਦੇ ਨਾਲ ਚੇਤਨਾ ਦੇ ਨਾਲ ਸੰਬੰਧ ਹੈ ਜੀ। ਤੇ ਇੱਕ ਹੁੰਦਾ ਪ੍ਰਤੀਮਾਨਕ ਜਿਹੜੀਆਂ ਸਾਡੇ ਮਨੁੱਖੀ ਜੀਵਨ ਦੇ ਵਿਹਾਰ ਦੇ ਜਿਹੜੇ ਪੈਟਰਨ ਨਿਸ਼ਚਿਤ ਕੀਤੇ ਆ ਜੀ, ਇਹ ਉਹ ਹੁੰਦਾ ਜੀ ਜੀ ਜੀ। ਤੇ ਇਹਦਾ ਪ੍ਰਭਾਵ ਜਿਹੜਾ ਹੈ ਸਮਾਜ ਤੇ ਸੱਭਿਆਚਾਰ ਦੇ ਵਿੱਚ, ਕਿਉਂਕਿ ਜਦੋਂ ਸੱਭਿਆਚਾਰ ਦੀ ਗੱਲ ਆਉਂਦੀ ਹੈ ਨਾ ਤੇ ਆਮ ਤੌਰ ਤੇ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਸਾਡੇ ਲੋਕ ਨਾ ਆਪਣੇ ਸੱਭਿਆਚਾਰ ਨੂੰ ਭੁੱਲ ਗਏ। ਆਮ ਤੌਰ ਤੇ ਨਹੀਂ ਹੁੰਦਾ ਜੀ ਕਿ ਅਸੀਂ ਆਪਣੀਆਂ ਸੱਭਿਆਚਾਰਕ ਜਿਹੜੀਆਂ ਕਦਰਾਂ ਕੀਮਤਾਂ ਨੂੰ ਛੱਡ ਦਿੱਤਾ, ਇਦਾਂ ਵੀ ਨਹੀਂ ਹੁੰਦਾ। ਸੱਭਿਆਚਾਰ ਦੀ ਜਦੋਂ ਡੈਫੀਨੇਸ਼ਨ ਆਪਾਂ ਕਿਤੇ ਪੜ੍ਹਦੇ ਸੁਣਦੇ ਹਾਂ ਤੇ ਪਹਿਲੀ ਲਾਈਨ ਹੀ ਉਹਦੀ ਇਹ ਹੁੰਦੀ ਆ ਕਿ ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਜਿੱਦਾਂ ਅਸੀਂ ਕਹਿ ਦਈਦਾ ਕਿ ਹੁਣ ਚਰਖੇ ਨਹੀਂ ਰਹੇ, ਉਸ ਸਮੇਂ ਦੀ ਉਦੋਂ ਜ਼ਰੂਰਤ ਸੀ, ਹੁਣ ਮਧਾਣੀਆਂ ਨਹੀਂ ਰਹੀਆਂ, ਉਹ ਜ਼ਰੂਰਤ ਸੀ। ਹਾਂਜੀ ਹਾਂਜੀ। ਉਹ ਨਹੀਂ, ਉਹ ਜਿਹੜਾ ਸਾਡਾ ਆਮ ਤੌਰ ਤੇ ਇਨਸਾਨ ਜਿਹੜਾ ਨਾ ਇਹ ਭਾਵਕ ਵੀ ਹੁੰਦਾ ਜੀ। ਬੁੱਧੀ ਦੇ ਖਾਸ ਤੌਰ ਤੇ ਜਿਹੜੇ ਪੰਜਾਬੀ ਲੋਕ ਹੈ, ਆਪਣੇ ਪੰਜਾਬ ਦੀ ਗੱਲ ਕਰਦਾ ਜੀ ਬਿਲਕੁਲ, ਕਿ ਅਸੀਂ ਭਾਵਨਾਵਾਂ ਦੇ ਅੰਤਰ ਹੀ ਚੱਲਦੇ ਆ। ਬਿਲਕੁਲ ਸਾਡੇ ਕੋਲ ਅਕਲਮੰਦੀ ਦੀ ਗੱਲ ਭਾਵੇਂ ਘੱਟ ਹੋਵੇ ਪਰ ਸਾਡੇ ਕੋਲ ਭਾਵਨਾ ਬਹੁਤ ਹੁੰਦੀ ਹੈ। ਅਸੀਂ ਜਜ਼ਬਾਤੀ ਲੋਕ ਆ। ਔਰ ਜਦੋਂ ਸਾਡੇ ਜਿਹੜੇ ਸਾਰੇ ਗੁਣ ਤੇ ਔਗਣ ਆ, ਹਾਂਜੀ, ਉਹ ਸਾਡੇ ਭਾਵਕ ਹੋਣ ਵਿੱਚ ਹੀ ਆ। ਜੇ ਅਸੀਂ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਉਹ ਵੀ ਇੱਕ ਸਾਡੀ ਭਾਵਕਤਾ ਸੀ ਜੀ। ਤੇ ਜੇ ਅਸੀਂ ਵੱਡੇ ਤੋਂ ਵੱਡੇ ਨੁਕਸਾਨ ਵੀ ਸਹੇ ਆ ਤੇ ਉਹ ਵੀ ਸਾਡੀ ਭਾਵਕਤਾ ਸੀ। ਪਰ ਭਾਵਕ ਹੋਣਾ ਮਾੜੀ ਗੱਲ ਨਹੀਂ ਗੀ, ਪਰ ਭਾਵਕ ਕਿੱਥੇ ਹੋਣਾ ਆ। ਕਿਹਾ ਨਾ ਡਾਕਟਰ ਮੁਹੰਮਦ ਇਕਬਾਲ ਜਿਨ੍ਹਾਂ ਨੂੰ ਉਰਦੂ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਤੇ ਸ਼ਾਇਰ ਉਰਦੂ ਦੇ ਜੀ ਤੇ ਸਾਡਾ ਤੇ ਰਾਸ਼ਟਰੀ ਗੀਤ ਵੀ ਉਹਨਾਂ ਦਾ ਲਿਖਿਆ ਹੋਇਆ ਜੀ। ਤੇ ਉਹ ਕਹਿੰਦੇ ਆ ਕਿ ਅੱਛਾ ਹੈ ਕਿ ਦਿਲ ਕੇ ਸਾਥ ਰਹੇ ਪਾਸਬਾਨੇ ਅਕਲ, ਲੇਕਿਨ ਕभी कभी ਇਸੇ ਤਨਹਾ ਵੀ ਛੋੜ ਦੇ। ਜੇ ਡਾਕਟਰ ਮੁਹੰਮਦ ਇਕਬਾਲ ਪੰਜਾਬੀ ਨਾ ਹੁੰਦੇ ਤੇ ਉਹਨਾਂ ਨੇ ਇਹ ਕਹਿਣਾ ਹੈ ਕਿ ਚੰਗੀ ਗੱਲ ਹੈ ਕਿ ਸਾਡੇ 'ਚ ਭਾਵਨਾਵਾਂ ਹੋਣ ਪਰ ਕਦੀ ਕਦੀ ਅਕਲ ਤੋਂ ਵੀ ਕੰਮ ਲੈਣਾ ਚਾਹੀਦਾ। ਉਹ ਗੱਲ ਕਿਉਂਕਿ ਪੰਜਾਬੀਅਤ ਹੈ ਨਾ ਕਿ ਆਪਣੀਆਂ ਭਾਵਨਾਵਾਂ ਨੂੰ ਕਦੀ ਮਾਰਨਾ ਨਹੀਂ। ਇਹ ਭਾਵਨਾਵਾਂ ਵੀ ਸੁਰਜੀਤ ਪਾਤਰ ਕਹਿੰਦਾ ਕਿ ਇਹ ਤੂੰ ਕੀ ਲਿਖ ਰਿਹਾ ਭਾਵਨਾਵਾਂ ਤੋਂ ਚੋਰੀ ਜੀ। ਕਿ ਭਾਵਨਾ ਦੇ ਨਾਲ ਚੱਲਣੀ ਹੈ ਜੀ ਬਿਲਕੁਲ। ਪਰ ਜੇ ਸਾਡੇ ਉੱਤੇ ਜਿਹੜਾ ਸਾਡਾ ਬੋਧਾਤਮਕ ਸੱਭਿਆਚਾਰ ਜਿਹਦੀ ਮੈਂ ਗੱਲ ਕੀਤੀ, ਜੇ ਉਸ ਪੱਖ ਨੂੰ ਮਜ਼ਬੂਤ ਕੀਤਾ ਜਾਵੇ ਤੇ ਅਸੀਂ ਜ਼ਿਆਦਾ ਤਰੱਕੀ ਕਰ ਸਕਦੇ ਹਾਂ, ਜ਼ਿਆਦਾ ਵਧੀਆ ਕੰਮ ਕਰ ਸਕਦੇ ਹਾਂ, ਜ਼ਿਆਦਾ ਡਿਵੈਲਪਮੈਂਟ ਹੋ ਸਕਦੀ ਹੈ ਔਰ ਚੰਗਾ ਜੀਵਨ ਜੀਉ ਸਕਦੇ ਹਾਂ। ਜਿਹੜੀ ਭਾਵਨਾ, ਮੈਂ ਤੁਹਾਡੀ ਗੱਲ ਕੱਟ ਰਹੀ ਹਾਂ, ਮੈਨੂੰ ਵਿੱਚੋਂ ਗੱਲ ਯਾਦ ਆ ਗਈ। ਜਿਹੜੀ ਭਾਵਨਾ ਆ ਹਨਾ, ਉਹ ਤਾਂ ਨਾਲ ਦੇ ਨਾਲ ਚੱਲਣੀ ਆ ਤੇ ਪਰਿਵਰਤਨ ਵੀ ਨਾਲ ਦੇ ਨਾਲ ਚੱਲਣਾ। ਤੇ ਹੁਣ ਆਪਾਂ ਪਰਿਵਰਤਨ ਦੀ ਗੱਲ ਕਰ ਰਹੇ ਹਾਂ ਕਿ ਸੱਭਿਆਚਾਰ ਦਾ ਪਰਿਵਰਤਨ ਹੋ ਰਿਹਾ, ਸਾਡੇ ਤੇ ਪ੍ਰਭਾਵ ਪੈ ਰਿਹਾ। ਜੀਵਨ ਦੇ ਉਹ ਕਿਹੜੇ ਹਿੱਸੇ ਆ ਜਿਨ੍ਹਾਂ ਤੇ ਇਹਨੇ ਪ੍ਰਭਾਵ ਪਾਤਾ? ਕਿਹੜੇ ਮੈਂ ਜਿਵੇਂ ਗੱਲ ਪਹਿਲਾਂ ਕੀਤੀ ਸੀ ਨਾ ਕਿ ਸੱਭਿਆਚਾਰ ਦੇ 3 ਮੁੱਖ ਅੰਗ ਆ ਜੀ, ਪਦਾਰਥਕ, ਬੋਧਾਤਮਕ ਤੇ ਪ੍ਰਤੀਮਾਨਕ ਜੀ। ਤੇ ਇਹ ਗੱਲ ਪੱਕੀ ਹੈ ਕਿ ਤਬਦੀਲੀ ਸਭ ਤੋਂ ਪਹਿਲਾਂ ਜਿਹੜੀ ਹੈ ਪਦਾਰਥਕ ਸੱਭਿਆਚਾਰ 'ਚ ਹੀ ਆਉਂਦੀ ਹੈ। ਹਾਂਜੀ, ਕਿ ਜਿਹੜੀ ਚੀਜ਼ ਅੱਜ ਬਰਮਿੰਘਮ 'ਚ ਬਣ ਗਈ ਆ ਨਾ, ਉਹ ਜਿੰਨਾ ਕੁ ਵਕਤ ਪਾਰਸਲ ਹੋ ਕੇ ਇੱਥੇ ਆਉਣ 'ਚ ਲੱਗਣਾ ਆ ਜੀ, ਉਹ ਡਰੈਸ ਇੱਥੇ ਜਲੰਧਰ 'ਚ ਵੀ ਆ ਜਾਣੀ ਹੈ। ਬਿਲਕੁਲ ਠੀਕ ਹੈ। ਪਰ ਸਾਡੀ ਬੁੱਧੀ ਨੇ ਉਸ ਪਰਿਵਰਤਨ, ਜਿਹੜੀ ਪਦਾਰਥ ਦੇ ਵਿੱਚ ਤਬਦੀਲੀ ਆਈ ਆ, ਉਹਨੂੰ ਸਾਡੀ ਬੁੱਧੀ ਨੇ ਥੋੜਾ ਜਿਹਾ ਹਟ ਕੇ, ਥੋੜਾ ਸਮਾਂ ਲੈ ਕੇ ਐਕਸੈਪਟ ਕਰਨਾ, ਉਹਨੂੰ ਮਾਨਤਾ ਬੁੱਧੀ ਨੇ, ਭਾਵ ਉਹਦਾ ਬੁੱਧੀ ਦਾ ਹਿੱਸਾ ਉਹਨੇ ਥੋੜਾ ਠਹਿਰ ਕੇ ਬਣਨਾ। ਤੇ ਜਿਹੜਾ ਸਾਡਾ ਪ੍ਰਤੀਮਾਨਕ ਸੱਭਿਆਚਾਰ ਆ ਨਾ, ਉਹ ਬਹੁਤ ਦੇਰ ਬਾਅਦ ਉਹਨੂੰ ਕਬੂਲਦਾ। ਕਿ ਜੇ ਪ੍ਰੋਫੈਸਰ ਪੂਰਨ ਸਿੰਘ ਸਾਡੇ ਬਹੁਤ ਵੱਡੇ ਸ਼ਾਇਰ ਨੇ ਜੀ, ਤੇ ਉਹ ਆਪ ਕੈਮਿਸਟਰੀ ਦੇ ਪ੍ਰੋਫੈਸਰ ਨੇ ਜੀ, ਪਰ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਆ। ਉਹ ਪੁਰਾਣੇ ਸਾਡੀਆਂ ਰੋਹ ਰੀਤਾਂ, ਸਾਰੇ ਸਾਡੇ ਜੋ ਜੀਵਨ ਦਾ ਅੰਗ ਸੀ, ਉਹਦਾ ਉਦਰੇਵਾਂ ਮਹਿਸੂਸ ਕਰਦੇ ਆ ਜੀ। ਇਹ ਜਿਹੜਾ ਪ੍ਰਤੀਮਾਨਕ ਸੱਭਿਆਚਾਰ ਆ, ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਮਨ ਵਿੱਚ ਵਸੀਆਂ ਹੋਈਆਂ ਆ, ਉਹਦੀ ਤਬਦੀਲੀ ਲੇਟ ਆਉਣ ਦੇ ਨਾਲ
ਇੱਕ ਅਸੰਤੁਲਨ ਪੈਦਾ ਹੋ ਜਾਂਦਾ ਉਸ ਅਸੰਤੁਲਨ ਦੇ ਵਿੱਚੋਂ ਫਿਰ ਕ੍ਰਾਈਸਿਸ ਪੈਦਾ ਹੁੰਦੇ ਆ, ਸਮੱਸਿਆਵਾਂ ਪੈਦਾ ਹੁੰਦੀਆਂ। ਬਿਲਕੁਲ ਸਹੀ ਹੈ। ਔਰ ਸੰਕਟ ਪੈਦਾ ਹੁੰਦੇ, ਸੱਭਿਆਚਾਰਕ ਸੰਕਟ। ਮੈਂ ਇਹਦੇ ਉੱਤੇ ਰਿਸਰਚ ਦਾ ਕੰਮ ਵੀ ਕੀਤਾ ਸੀ। ਸੱਭਿਆਚਾਰਕ ਸੰਕਟ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਅਸੀਂ ਸੱਭਿਆਚਾਰਕ ਪਛੜੇਵੇਂ ਦਾ ਸ਼ਿਕਾਰ ਹੋ ਜਾਂਦੇ ਆ। ਸਾਡੀ ਜਿਹੜੀ ਜੋ ਪਦਾਰਥਕ ਸਥਿਤੀ ਆ ਉਹ ਤੇਜ਼ੀ ਨਾਲ ਬਦਲਦੀ ਜਾਂਦੀ ਹੈ ਤੇ ਅਸੀਂ ਮਾਨਸਿਕ ਤੌਰ ਤੇ ਉਹਨੂੰ ਐਕਸੈਪਟ ਨਹੀਂ ਕਰ ਰਹੇ ਜੀ। ਔਰ ਪੰਜਾਬੀ ਲਿਟਰੇਚਰ ਦੇ ਸੰਦਰਭ ਵਿੱਚ ਤੁਸੀਂ ਕੁਲਵੰਤ ਸਿੰਘ ਵਿਰਕ ਸਾਹਿਬ ਜੀ ਬਹੁਤ ਵੱਡੇ ਰਾਈਟਰ, ਸਾਡੇ ਨਿੱਕੀ ਪੰਜਾਬੀ ਕਹਾਣੀ, ਆਧੁਨਿਕ ਨਿੱਕੀ ਪੰਜਾਬੀ ਕਹਾਣੀ ਦੇ ਸਰਮੌਰ ਲੇਖਕ ਨੇ ਜੀ। ਉਹਨਾਂ ਦੀਆਂ ਕਹਾਣੀਆਂ ਨੇ ਤੂੜੀ ਦੀ ਪੰਡ, ਹਾਂਜੀ, ਉਹਨਾਂ ਦੀ ਕਹਾਣੀ ਹੈਗੀ ਆ ਉਜਾੜ। ਜੀ ਉਹਦੇ ਵਿੱਚ ਉਹ ਬੰਦੇ ਆ ਜਿਹੜੇ ਕਿਸੇ ਵੇਲੇ ਪਿੰਡ ਦੇ ਵਿੱਚ ਸਰਦਾਰੀ ਉਹਨਾਂ ਦੀ ਰਹੀ ਆ, ਭਾਈਚਾਰੇ ਦੇ ਵਿੱਚ ਉਹਨਾਂ ਨੂੰ ਪੂਰਾ ਇੱਜ਼ਤ ਮਾਣ ਮਿਲਦਾ ਰਿਹਾ। ਪਰ ਬਦਲਦੇ ਸਮੇਂ ਦੇ ਮੁਤਾਬਕ ਨੌਜਵਾਨ ਪੀੜ੍ਹੀ ਜਿਹੜੀਆਂ ਨਵੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਹੋਰ ਵਿਕਾਸ ਕਰ ਰਹੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਸਾਡਾ ਇੱਜ਼ਤ ਮਾਣ ਸੀ ਨਾ, ਕਿ ਅਸੀਂ ਹੁਣ ਸੈਂਟਰ ਵਿੱਚ ਨਹੀਂ ਰਹੇ, ਅਸੀਂ ਹਾਸ਼ੀਏ ਤੇ ਚਲ ਗਏ। ਔਰ ਉਹ ਇੱਕ ਮੁੰਡਾ ਬਹਾਦਰ ਸਿੰਘ ਚੱਠਾ ਤੂੜੀ ਦੀ ਪੰਡ ਦੇ ਵਿੱਚ ਸਰਦਾਰ ਆ, ਭਾਈਚਾਰੇ ਦਾ ਮੰਨਿਆ ਦੰਨਿਆ ਜੀ। ਤੇ ਉਹਨਾਂ ਦੇ ਇੱਕ ਭਾਈਚਾਰੇ ਚੋਂ ਮੁੰਡਾ ਜ਼ਮੀਨਾਂ ਘਟਣ ਕਰਕੇ ਤੇ ਟਾਂਗਾ ਪਾਉਣ ਲੱਗ ਪੈਂਦਾ ਤੇ ਉਹਦੀ ਟਾਂਗੇ ਵਾਲਿਆਂ ਦੇ ਨਾਲ ਹੀ ਦੋਸਤੀ ਹੋ ਜਾਂਦੀ ਹੈ। ਤੇ ਉਹਨੂੰ ਉਹ ਚੱਠਾ ਜਿਹੜਾ ਆ ਸਰਦਾਰ, ਉਹਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ ਕਿ ਸਾਡੀ ਚੱਠਿਆਂ ਦੀਆਂ ਨੋਹਾਂ ਇਹਨਾਂ ਟਾਂਗੇ ਵਾਲਿਆਂ ਦੀਆਂ ਭਾਂਡੇ ਮਾਂਜਦੀਆਂ ਤੇ ਭਾਵ ਕਿ ਉਹ ਮਾਨਸਿਕ ਤੌਰ ਤੇ ਅਜੇ ਉਥੋਂ ਨਿਕਲਿਆ ਨਹੀਂਗਾ। ਬਿਲਕੁਲ ਉਹਦੇ ਪ੍ਰਤੀ ਮਨ ਅਜੇ ਬਦਲੇ ਨਹੀਂਗੇ, ਪਰ ਪਦਾਰਥ ਬਦਲ ਗਿਆ, ਸਥਿਤੀਆਂ ਬਦਲ ਗਈਆਂ, ਆਰਥਿਕ ਆਧਾਰ ਬਦਲ ਗਏ ਤੇ ਉਹ ਇਹ ਕ੍ਰਾਈਸਿਸ ਜਿਹੜੇ ਇਹਨੂੰ ਸੱਭਿਆਚਾਰਕ ਪਛੜੇਵੇਂ ਦੇ ਵਿੱਚੋਂ ਹੀ ਪੈਦਾ ਹੁੰਦੇ ਆ। ਔਰ ਲਿਟਰੇਚਰ ਦੇ ਵਿੱਚ ਖਾਸ ਤੌਰ ਤੇ ਉੱਭਰ ਕੇ, ਖਾਸ ਤੌਰ ਤੇ ਵਿਰਕ ਸਾਹਿਬ ਦੀਆਂ ਕਹਾਣੀਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਗੱਲ ਨੂੰ ਚਿਤਰਿਆ ਗਿਆ ਹੈ। ਜੀ। ਬੁੱਟਰ ਸਾਹਿਬ, ਤੁਸੀਂ ਸ਼ੁਰੂਆਤ ਵਿੱਚ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਸੀ, ਭੰਬਲ ਪੂਸਾ। ਹਾਂਜੀ, ਇਹ ਵਾਕਈ ਭੰਬਲ ਪੂਸਾ ਹੈ। ਤੇ ਗੁਰੂ ਨਾਨਕ ਸਾਹਿਬ ਦੀ ਜੋ ਸਿੱਖਿਆ ਉਹਨੂੰ ਫੜ ਕੇ ਚੱਲਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੋਸੀ ਵੀ ਸੱਚ। ਹੁਣ ਪੱਕੇ ਤੌਰ ਤੇ ਆਪਾਂ ਇੱਕ ਸੱਭਿਆਚਾਰ ਨੂੰ ਫੜੀਏ, ਕਿਉਂਕਿ ਕਿਸੇ ਨਤੀਜੇ ਤੇ ਆਪਾਂ ਪਹੁੰਚਣਾ ਹੈ, ਕਿਸੇ ਸੋਚ ਨੂੰ ਫੜੀਏ, ਤਾਂ ਮੂਲ ਰੂਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ, ਪੂਰੀ ਦੁਨੀਆ ਹੁਣ ਇਕੱਠੀ ਹੁੰਦੀ ਜਾ ਰਹੀ ਹੈ, ਤਾਂ ਸਾਨੂੰ ਫੜਨਾ ਪਏਗਾ ਇੱਕ ਸੱਭਿਆਚਾਰ, ਇੱਕ ਸੋਚ ਨੂੰ ਫੜਨਾ ਪਏਗਾ ਜਿਹੜਾ ਸਾਡਾ ਜੀਵਨ ਵਰਤਾਰਾ ਹੋਵੇ, ਜਿਹਦੇ ਮੁਤਾਬਿਕ ਅਸੀਂ ਜੀਵਨ ਜਾਂਚ ਰੱਖੀਏ, ਆਪਸ 'ਚ ਮਿਲਵਰਤਨ ਰੱਖੀਏ। ਉਹ ਕੀ ਚੀਜ਼ ਹੈ ਜਿਸ ਨੂੰ ਅਸੀਂ ਪਕੜ ਕੇ ਚੱਲਦੇ ਹਾਂ, ਫੜ ਕੇ ਚੱਲਦੇ ਹਾਂ, ਜਿਸ ਸੋਚ ਨੂੰ? ਵੇਖੋ, ਇਹ ਗੱਲ ਜਿਹੜੀ ਹੈ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਭਾਵੇਂ ਸੱਭਿਆਚਾਰ ਗਤੀਸ਼ੀਲ ਵਰਤਾਰਾ ਹੀ ਹੈ, ਭਾਵੇਂ ਇਹਦੇ ਵਿੱਚ ਤਬਦੀਲੀ ਆਉਣੀ ਆ, ਸਮੇਂ ਦੇ ਮੁਤਾਬਕ ਸਾਰਾ ਕੁਝ ਬਦਲਣਾ ਵੀ ਆ, ਨਵੇਂ ਢੰਗ ਆਚਾਰ ਹੋਰ ਆਉਣੇ ਆ, ਬੜੀ ਤੇਜ਼ੀ ਨਾਲ ਸਾਰਾ ਕੁਝ ਬਦਲਣਾ ਵੀ ਆ। ਪਰ ਕੁਝ ਕਦਰਾਂ, ਬੁਨਿਆਦੀ ਕਦਰਾਂ ਕੀਮਤਾਂ ਜਿਹੜੀਆਂ ਕਿਸੇ ਸਮਾਜ ਦੀ, ਕਿਸੇ ਕਲਚਰ ਦੀ, ਜਿਹੜੀ ਉਹ ਜਿਹਨੂੰ ਆਪਾਂ ਰੀੜ੍ਹ ਦੀ ਹੱਡੀ ਜਾਂ ਜਿਹੜਾ ਕੇਂਦਰ ਬਿੰਦੂ ਜਾਂ ਜਿਹਨੂੰ ਆਪਾਂ ਉਹਦੀ ਰੂਹ ਜਾਂ ਆਤਮਾ ਕਹਿੰਦੇ ਆ, ਉਹਨੂੰ ਨਹੀਂ ਤਲਾਂਜਲੀ ਦੇਣੀ ਚਾਹੀਦੀ। ਬਿਲਕੁਲ ਸਰ। ਜਦੋਂ ਉਹਨੂੰ ਤਲਾਂਜਲੀ ਦੇ ਦੇਵਾਂਗੇ ਫਿਰ ਅਸੀਂ ਬੇਗਾਨਗੀ ਦਾ ਸ਼ਿਕਾਰ ਹੋਵਾਂਗੇ। ਫਿਰ ਅਸੀਂ ਆਪਣੇ ਘਰ ਦੇ ਵਿੱਚ ਹੀ ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ, ਜੀ, ਕਿ ਅਸੀਂ ਆਪਣੇ ਵਜੂਦ ਨਾਲੋਂ ਹੀ ਟੁੱਟ ਜਾਵਾਂਗੇ, ਸਾਡੀ ਹੋਂਦ ਹੀ ਖਤਮ ਹੋ ਜਾਊਗੀ। ਸੋ ਕਲਚਰ ਦੇ ਮੁਤਾਬਕ ਅਸੀਂ ਬਦਲਣਾ ਤੇ ਹੈਗਾ ਆ, ਪਰ ਕੁਝ ਚੀਜ਼ਾਂ ਐਸੀਆਂ ਜਿਹੜੀ ਸਾਡੀ ਪਛਾਣ ਦੇ ਚਿੰਨ੍ਹ ਨੇ, ਆਧਾਰ ਨੇ ਸਾਡਾ, ਜਿਹੜੇ ਸਾਡੇ, ਜਿੱਦਾਂ ਹੁਣ ਸਾਡੇ ਕੋਲ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ, ਔਰ ਪੰਜਾਬੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਮ ਤੌਰ ਤੇ ਜਜ਼ਬਾਤੀ ਜ਼ਿਆਦਾ, ਪਰ ਜੇ ਆਪਾਂ ਬੁੱਧੀ ਵਿਵੇਕ ਦੀ ਗੱਲ, ਚਿੰਤਨ ਦੀ ਗੱਲ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਚਿੰਤਨ ਦਾ ਇੱਕ ਬਹੁਤ ਵੱਡਾ ਸਮੁੰਦਰ ਜੀ। ਉਹਨਾਂ ਨੇ ਆ ਕੇ ਸਾਡੇ ਅੰਦਰੋਂ ਜੋ ਜਿਹੜੀਆਂ ਚੀਜ਼ਾਂ ਨਕਾਰਾਤਮਕ ਸੀ ਉਹਨਾਂ ਨੂੰ ਰੱਦ ਕਰਕੇ ਨਵਾਂ ਚਿੰਤਨ ਦਿੱਤਾ। ਤੇ ਜਿਹੜੇ ਅੰਧ ਵਿਸ਼ਵਾਸ ਸਾਰੇ ਕਿਸਮ ਦੀਆਂ, ਜੋ ਕਿਸਮ ਦੀਆਂ ਜਿਹੜੀਆਂ ਬੰਦੇ ਦੇ ਵਿਕਾਸ ਦੇ ਵਿੱਚ ਮਨੁੱਖ ਇਨਸਾਨੀ ਜਿਹੜਾ ਚਰਿੱਤਰ ਆ, ਉਹਦੀ ਜਿਹਨੂੰ ਆਪਾਂ ਸ਼ਖਸੀਅਤ ਕਹਿੰਦੇ ਆ, ਉਹਦੀ ਡਿਵੈਲਪਮੈਂਟ ਵਾਸਤੇ ਜਿਹੜਾ ਜੋ ਜ਼ਰੂਰੀ ਸੀ ਉਹ ਚੀਜ਼ਾਂ ਲਿਆ ਕੇ ਲੋਕਾਂ ਨੂੰ ਇੱਕ ਲੰਬਾ ਸਮਾਂ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਔਰ ਲਿਖਤ ਰੂਪ ਵਿੱਚ ਸੰਦੇਸ਼ ਦਿੱਤਾ। ਉਹ ਚਿੰਤਨ ਜਿਹੜਾ ਹੈ ਨਾ, ਉਹ ਸਾਨੂੰ ਇਨਸਾਨ ਬਣਾਈ ਰੱਖਦਾ ਹੈ। ਬਿਲਕੁਲ। ਜੇ ਅਸੀਂ ਉਹਨੂੰ ਛੱਡ ਦੇਵਾਂਗੇ ਨਾ, ਜੇ ਬੋਧਾਤਮਕ ਸੱਭਿਆਚਾਰ ਸਾਡਾ ਵੀਕ ਹੋ ਜਾਊਗਾ ਤੇ ਨਿਰੀਆਂ ਭਾਵਨਾਵਾਂ ਦੇ ਨਾਲ ਨਹੀਂ ਨਾ ਫਿਰ ਗੱਲ ਬਣਦੀ ਜੀ। ਤੇ ਪਦਾਰਥ ਹੁਣ ਅੱਜ ਕੀ ਆ, ਅੱਜ ਤੁਸੀਂ ਆਪਾਂ ਦੇਖਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਬਾਰੇ, ਉਹਨਾਂ ਤੋਂ ਪਹਿਲੀ ਪੀੜ੍ਹੀ, ਬਜ਼ੁਰਗ ਪੀੜ੍ਹੀ ਨੂੰ ਕਈ ਇਤਰਾਜ਼ ਨੇ। ਹਾਂਜੀ। ਔਰ ਉਹਨਾਂ ਤੋਂ ਪਹਿਲੇ ਜਿਹੜੇ ਉਹਨਾਂ ਦੇ ਪੁਰਖੇ ਸੀ, ਉਹਨਾਂ ਨੂੰ ਉਹਨਾਂ ਤੇ ਇਤਰਾਜ਼ ਸੀ। ਕਿਉਂ? ਕਿ ਤਬਦੀਲੀ ਆਉਣੀ ਹੈ, ਪਰ ਤਬਦੀਲੀ ਨੂੰ ਕਿਸ ਤਰ੍ਹਾਂ ਗ੍ਰਹਿਣ ਕਰਨਾ, ਜਿਹਦੇ ਨਾਲ ਇਹ ਹੈ ਕਿ ਸਾਡੀ ਜਿਹੜੀ ਜਿਹਨੂੰ ਪੰਜਾਬੀਅਤ ਕਹਿੰਦੇ ਆ, ਹਾਂਜੀ, ਠੀਕ ਹੈ,
ਜੇ ਪੰਜਾਬੀ ਸੱਭਿਆਚਾਰ ਦੀ ਗੱਲ, ਜਿਹੜੀ ਪੰਜਾਬੀਅਤ ਆ ਉਹਦੀ ਸ਼ਾਖ ਨਹੀਂ ਖੁਰਨੀ ਚਾਹੀਦੀ, ਉਹਦਾ ਨੁਕਸਾਨ ਨਹੀਂ ਗਾ ਹੋਣਾ ਚਾਹੀਦਾ। ਤੁਹਾਡੇ ਅੰਦਰ, ਤੁਹਾਡੀ ਗੱਲਬਾਤ ਵਿੱਚ, ਤੁਹਾਡੇ ਅਮਲ ਵਿੱਚ, ਤੁਹਾਡੇ ਵਿਹਾਰ ਵਿੱਚ ਉਹ ਪੰਜਾਬੀਅਤ ਝਲਕਣੀ ਚਾਹੀਦੀ ਹੈ। ਬਿਲਕੁਲ। ਔਰ ਤਾਂ ਹੋਊਗੀ ਜੇ ਆਪਾਂ ਸਾਰਾ ਇਹ ਜਿਹੜੀਆਂ ਪਦਾਰਥਕ ਤਬਦੀਲੀਆਂ ਨਾ, ਇਹਨੂੰ ਤਾਂ ਕੋਈ ਰੋਕ ਹੀ ਨਹੀਂ ਨਾ ਸਕਦਾ। ਹਾਂਜੀ। ਜਾਂ ਜਿਹੜੀ ਸੱਭਿਆਚਾਰਕ ਤਬਦੀਲੀ ਇਹਨੂੰ ਕੋਈ ਰੋਕ ਨਹੀਂ ਸਕਦਾ, ਪਰ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਉਸ ਕਲਚਰ ਦਾ ਪ੍ਰਤੀਨਿਧ ਪਾਤਰ ਬਣਾਉਂਦੀਆਂ, ਜੀ, ਉਹਦੀ ਤਲਾਂਜਲੀ ਦੇ ਕੇ ਫਿਰ ਅਸੀਂ ਆਪਣੇ ਆਪ ਤੋਂ ਗਵਾਚ ਜਾਵਾਂਗੇ। ਜੀ ਬਿਲਕੁਲ। ਤੁਸੀਂ ਆਮ ਤੌਰ ਤੇ ਹੁਣ ਦੇਖਦੇ, ਸਾਡੇ ਪੰਜਾਬੀ ਖਾਸ ਤੌਰ ਤੇ ਬਹੁਤ ਫੋਰਨ ਵਿੱਚ ਗਏ, ਜੀ, ਸਾਡੇ ਕੋਲ ਇੱਥੇ ਪ੍ਰਵਾਸੀ ਮਜ਼ਦੂਰ ਆਏ ਆ, ਹਾਂਜੀ, ਸਾਡੇ ਬੱਚੇ ਉੱਥੇ ਜਿਹੜੀ ਆ ਉਹਨਾਂ ਨੂੰ ਪੰਜਾਬੀ ਬੋਲਦੀ ਜਾਂਦੀ ਆ। ਹਾਂਜੀ। ਜਿਹੜੇ ਯੂਪੀ ਬਿਹਾਰ ਤੋਂ ਆਏ ਆ, ਉਹ ਇੱਕ ਪਿੱਛੇ ਜੇ ਇੱਕ ਲੜਕੀ ਨੇ ਟੌਪ ਕੀਤਾ ਕਿਸੇ ਐਗਜ਼ਾਮ ਦੇ ਵਿੱਚ, ਬਿਲਕੁਲ, ਤੇ ਉਹ ਬਿਹਾਰ ਤੋਂ ਆਈ ਸੀ ਤੇ ਪੰਜਾਬੀ ਦੇ ਪੇਪਰ 'ਚ ਉਹਨੇ ਟੌਪ ਕੀਤਾ। ਵਾਹ ਵਾਹ। ਇਦਾਂ ਇੱਕ ਗੁਰਮਤ ਦਾ ਮੁਕਾਬਲਾ ਹੋਇਆ ਵਾਹ, ਤੇ ਉਹ ਬਿਹਾਰ ਤੋਂ ਆਈ ਲੜਕੀ ਨੇ ਉਹ 'ਚ ਟੌਪ ਕੀਤਾ। ਕੀ ਬਾਤ ਹੈ। ਠੀਕ, ਉਹਨੂੰ ਨਹੀਂ ਬਦਲ ਸਕਦੇ। ਉਹ ਬੱਚਾ ਹੁਣ ਜਿਹੜਾ ਨਾ, ਉਹ ਬਿਹਾਰ ਦਾ ਨਹੀਂ ਰਹਿ ਗਿਆ ਜੀ, ਉਹ ਇੱਥੇ ਆ ਗਿਆ। ਜਿਹੜੇ ਸਾਡੇ ਬੱਚੇ ਉੱਥੇ ਗਏ, ਤੁਸੀਂ ਇੱਕ ਬਹੁਤ ਵਧੀਆ ਕਹਾਣੀ ਆ ਆਪਣਾ ਦੇਸ਼ ਧੀਰ ਸਾਹਿਬ ਦੀ, ਸੰਤੋਖ ਸਿੰਘ ਧੀਰ ਸਾਹਿਬ ਦੀ। ਜੀ, ਉਹ ਕਹਿੰਦਾ ਕਿ ਜਿਹੜੇ ਬੱਚੇ, ਮੇਰੇ ਦੋਸਤ ਦੇ ਬੱਚੇ ਆਏ ਸੀ, ਉਹਨਾਂ ਦਾ ਦੇਸ਼ ਉਹੀ ਹੈ। ਬਿਲਕੁਲ। ਜਦੋਂ ਉਹਨਾਂ ਨੂੰ ਵਾਪਸ ਜਾਣ ਦੀ ਗੱਲ ਹੁੰਦੀ, ਉਹਨਾਂ ਦੇ ਚਿਹਰੇ ਦੇ ਉੱਤੇ ਨੂਰ ਆ ਜਾਂਦਾ। ਜੀ, ਉਹ ਪਾਣੀ ਨਹੀਂ ਪੀਂਦੇ, ਜੀ, ਉਹ ਪਾਣੀ ਨਹੀਂ ਪੀਂਦੇ, ਭੁੱਖੇ ਭੁੱਤਿਆਏ ਆ। ਤੇ ਜਦੋਂ ਬੰਦਾ ਕਹਿੰਦਾ ਕਿ ਸਾਡੇ ਘਰ ਫਿਲਟਰ ਲੱਗਾ ਹੋਇਆ, ਤੇ ਫਿਰ ਉਹ ਰੱਜ ਕੇ ਪਾਣੀ ਪੀਂਦੇ ਆ। ਜੀ, ਭਾਵ ਕਿ ਉਹ ਸਾਡੇ ਬੱਚੇ ਨਹੀਂ, ਹੁਣ ਉਹ ਪੰਜਾਬੀ ਨਹੀਂ ਗੇ, ਪਰ ਜਿਨ੍ਹਾਂ ਘਰਾਂ ਦੇ ਵਿੱਚ ਆਪਣੇ ਕਲਚਰ ਨਾਲ ਥੋੜਾ ਮੋਹ ਹੈ, ਉੱਥੇ ਉਹਨਾਂ ਨੇ ਪੰਜਾਬੀ ਆਪਣੇ ਹਿਸਾਬ ਨਾਲ ਪੰਜਾਬੀ ਭਾਸ਼ਾ ਦੀ ਡਿਵੈਲਪਮੈਂਟ ਵਾਸਤੇ ਅਸੀਂ ਘੱਟ ਚਿੰਤਤ ਆ। ਜੀ, ਜਿਹੜੇ ਦੂਰ ਬੈਠੇ ਉਹਨਾਂ ਨੂੰ ਅਦਰੇਵਾ ਸਗੋਂ ਜ਼ਿਆਦਾ ਆ। ਜੀ, ਜੀ, ਸੋ ਇਹ ਚੀਜ਼ਾਂ ਨਾਲ ਦੀ ਨਾਲ ਹੀ ਚੱਲਣੀਆਂ। ਜੀ, ਔਰ ਇੱਕ ਪੰਜਾਬ ਨਹੀਂਗਾ, ਹੁਣ ਪੰਜਾਬੀ ਸੱਭਿਆਚਾਰ ਇੱਕ ਨਹੀਂਗਾ। ਤੁਸੀਂ ਦੇਖੋ ਆ ਵਾਘੇ ਦੀ ਸਰਹੱਦ ਆ, ਜੀ, ਉੱਥੋਂ ਦਾ ਪੰਜਾਬੀ ਸੱਭਿਆਚਾਰ ਵੱਖਰਾ ਆ। ਜੀ, ਹੁਣ ਅਸੀਂ ਕਹਿੰਦੇ ਆ ਸਮੱਸਿਆ ਦੀ ਥਾਂ ਇਹ ਸ਼ਬਦ ਵਰਤਦੇ ਆ, ਮਸਲਾ। ਜੀ, ਤੇ ਜਿਹੜਾ ਵਾਘੇ ਦੀ ਸਰਹੱਦ ਟੱਪ ਜਾਂਦਾ, ਉੱਥੇ ਮਸਲਾ ਤੋਂ ਮਸਲੇ ਨਹੀਂ ਹੁੰਦਾ ਸ਼ਬਦ ਬਹੁਵਚਨ, ਉੱਥੇ ਮਸਾਇਲ ਹੈ। ਮਸਾਇਲ। ਅੱਛਾ, ਹੁਣ ਹੋਰ ਮੈਂ ਤੁਹਾਨੂੰ ਇੱਕ ਬੜੀ ਰੌਚਕ ਗੱਲ ਦੱਸਦਾ ਜੀ, ਕਿ 1849 ਤੱਕ ਪੰਜਾਬੀ ਭਾਸ਼ਾ ਦੇ ਵਿੱਚ ਸ਼ਬਦ ਜਿਹੜਾ ਬੜੇ ਪਿੰਡੂ ਬੜੇ ਮਾਣ ਨਾਲ ਕਹਿੰਦੇ ਵੀ ਮੈਂ ਵਾਂਢੇ ਚੱਲਿਆ, ਵਾਂਡੇ, ਇਹ 1849 ਤੱਕ ਨਹੀਂ ਸੀ ਹੈਗਾ ਪੰਜਾਬੀ ਦਾ ਸ਼ਬਦ। ਅੱਛਾ ਜੀ। 1849 ਜਦੋਂ ਇੱਥੇ ਅੰਗਰੇਜ਼ ਆਏ, ਸਿੱਖ ਰਾਜ ਨੂੰ ਉਹਨਾਂ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ, ਜੀ, ਤੇ ਉਹਨਾਂ ਨੇ ਇਹ ਵੇਖਿਆ ਵੀ ਇਹਨਾਂ ਦਾ ਤੇ ਕੰਮਕਾਰ ਹੀ ਦਫ਼ਤਰੀ ਜਿਹੜਾ ਬੜਾ ਅਜੀਬ ਹੈ, ਵੀ ਘਰੇ ਬੈਠੇ ਕੰਮ ਕਰਦੇ ਆ। ਉਹਨਾਂ ਕਹਿੰਦੇ ਨਹੀਂ, ਇੱਕ ਦਫ਼ਤਰ ਹੋਣਾ ਚਾਹੀਦਾ ਹੈ। ਜੀ, ਦਫ਼ਤਰ ਦੇ ਵਿੱਚ ਇੱਕ ਸੰਡੇ ਦੀ ਛੁੱਟੀ ਹੋਣੀ ਚਾਹੀਦੀ ਹੈ। ਅੱਛਾ ਜੀ। ਤੇ ਜੇ ਤੁਸੀਂ ਵਰਕਿੰਗ ਡੇ ਦੇ ਵਿੱਚ ਛੁੱਟੀ ਲੈਣੀ, ਤੇ ਉਹਦੀ ਇੱਕ ਫਾਰਮੈਟ ਹੋਣੀ ਹੈ ਐਪਲੀਕੇਸ਼ਨ ਦੀ, ਤੇ ਤੁਸੀਂ ਲਿਖਣਾ ਕਿ ਕਾਈਂਡਲੀ ਗ੍ਰਾਂਟ ਮੀ ਲੀਵ ਫॉर ਵਨ ਡੇ। ਵਾਹ, ਅੱਛਾ, ਵਨਡੇ ਤੋਂ ਵਨਡੇ ਬਣ ਗਿਆ। ਉਹ ਜਿਹੜਾ ਵਨ ਡੇ ਸੀ, ਜਦੋਂ ਨਵੇਂ ਸ਼ਬਦ ਆਉਂਦੇ ਤੇ ਬੰਦੇ ਚਾਰ ਨਾਲ ਅਸੀਂ ਦੱਸਦੇ ਆ, ਉਹ ਕਹਿੰਦੇ ਵੀ ਅੱਜ ਫਲਾਨਾ, ਵੀ ਅੱਜ ਖੰਨਾ ਸਾਹਿਬ ਨਹੀਂ ਆਏ। ਉਹਨਾਂ ਕਹਿੰਦੇ ਉਹ ਤੇ ਅੱਜ ਵਨ ਡੇ ਗਏ, ਵਨਡੇ ਬਣ ਗਿਆ। ਉਹ ਤੋਂ ਵਨ ਡੇ ਬਣ ਗਿਆ। ਵਾਹ ਵਾਹ। ਕੀ ਬਾਤ ਹੈ, ਕੀ ਬਾਤ ਹੈ। ਔਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ, ਜਿੰਨਾ ਚਿਰ ਇੱਥੇ ਅੰਗਰੇਜ਼ ਨਹੀਂ ਸੀ ਆਏ, ਜੀ, ਉਹਨਾਂ ਚਿਰ ਅੰਗਰੇਜ਼ੀ ਵਿੱਚ ਔਰੇਂਜ ਸ਼ਬਦ ਨਹੀਂ ਸੀ ਹੈਗਾ। ਅੱਛਾ ਜੀ। ਉਹ ਤੇ ਇੱਥੇ ਆਏ, ਤੇ ਉਹਨਾਂ ਨੇ ਖਤ ਕਿਸੇ ਨੇ ਲਿਖਿਆ ਕਿ ਇੱਥੇ ਇੱਕ ਫਰੂਟ ਮਿਲਦਾ ਆ, ਉਹਨੂੰ ਕਹਿੰਦੇ ਨਰੰਗੀ। ਤੇ ਉਹਨੇ ਇਹ ਨਰੰਗੀ ਲਿਖਿਆ ਖਤ 'ਚ, ਅਗਲੇ ਨੇ ਐਨ ਔਰੇਂਜ ਪੜ੍ਹ ਲਿਆ। ਓ ਕੀ ਬਾਤ ਹੈ। ਸਾਡੀ ਭਾਸ਼ਾ 'ਚ ਕਿੱਦਾਂ ਡਿਵੈਲਪਮੈਂਟ ਹੁੰਦੀ ਹੈ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਇਹ ਪਰਿਵਰਤਨ ਆ। ਬਿਲਕੁਲ। ਨਵੀਂ ਸ਼ਬਦਾਵਲੀ ਆਉਂਦੀ ਆ, ਨਵੇਂ ਚੱਜ ਅਚਾਰ ਆਉਂਦੇ ਆ, ਨਵਾਂ ਜੀਵਨ ਢੰਗ ਆਉਂਦਾ। ਔਰ ਤੁਸੀਂ ਕਦੀ ਸੋਚ ਨਹੀਂ ਸੀ, ਜਿਹੜੀਆਂ ਬੰਦੇ ਦੀ ਜਿਹੜੀਆਂ ਵੱਡੀਆਂ ਪਰਿਵਰਤਨ ਦੀਆਂ ਵੱਡੇ ਆਧਾਰ ਬਣੇ, ਜੀ, ਸਭ ਤੋਂ ਪਹਿਲੋਂ ਬੰਦੇ ਦੀ ਸਭ ਤੋਂ ਵੱਡੀ ਕਮਾਲ ਦੀ ਗੱਲ ਸੀ ਕਿ ਉਹਨੇ ਭਾਸ਼ਾ ਦੀ ਖੋਜ ਕੀਤੀ। ਬਿਲਕੁਲ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ। ਭਾਸ਼ਾ ਕਿੰਨੇ ਪੜਾਵਾਂ ਚੋਂ ਨਿਕਲ ਕੇ ਆਈ ਹੈ। ਬਿਲਕੁਲ, ਤੇ ਮੈਨੂੰ ਵਾਂਡੇ ਦੇ ਨਾਲ ਜੁੜੀ ਹੋਈ ਗੱਲ ਯਾਦ ਆ ਰਹੀ ਹੈ ਕਿ ਕੋਈ ਸੱਜਣ ਪੰਜਾਬ ਤੋਂ ਬਾਹਰ ਆਉਂਦੇ ਨੇ ਤੇ ਸਾਡੇ ਘਰਦਿਆਂ ਨੂੰ ਪੁੱਛਦੇ ਨੇ ਵਾਂਡਾ ਕਿੱਥੇ ਪੈਂਦਾ ਹੈ। ਕਹਿੰਦੇ ਵਾਂਡਾ ਪੈਂਦਾ ਨਹੀਂ, ਅਸੀਂ ਵਾਂਡੇ ਜਾਈਦਾ। ਕਹਿੰਦੇ ਮੈਂ ਅੱਗੇ ਸੋਚਾਂ, ਸਾਰੇ ਪੰਜਾਬੀ ਕਹਿੰਦੇ ਵਾਂਡੇ ਜਾਣਾ, ਮੈਂ ਵੀ ਦੇਖਿਆ ਵਾਂ ਹੁੰਦਾ ਕਿੱਦਾਂ ਦਾ। ਤੇ ਮੈਨੂੰ ਉਹ ਗੱਲ ਯਾਦ ਆ ਗਈ, ਤੇ ਬਹੁਤ ਚੰਗਾ ਲੱਗ ਰਿਹਾ ਹੋਏਗਾ ਸਾਡੇ ਦਰਸ਼ਕਾਂ ਨੂੰ ਵੀ, ਪਰ ਸਾਨੂੰ ਉਦੋਂ ਹੋਰ ਚੰਗਾ ਲੱਗਦਾ ਜਦੋਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਗੱਲਾਂ ਦੇ ਨਾਲ ਨਾਲ ਤੁਹਾਨੂੰ ਗੀਤ ਵੀ ਦਿਖਾਈਦਾ। ਦੇਖ
ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਨਾ ਪੀਰ ਫਕੀਰ ਇਮਾਮ ਸਾਰੇ ਸੰਗ ਛੱਡ ਗਏ ਨੇ ਯਾਰਾਂ ਬੇਲੀਆਂ ਦਾ ਓ ਇੱਕ ਦਿਨ ਅਸਾਂ ਵੀ ਪਰਦੇਸੀਆਂ ਤੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਲੱਭ ਸੇ ਮਿਲਾ ਤੇਰੀ ਦੁਗਨੀ ਭਾਈ ਬੋੜਾ ਵਾਲੇ ਆਵੇ ਦੁਗਨੀ ਲੱਭ ਸੇ ਮਿਲਾ ਤੇਰੀ ਦੁਗਨੀ ਭਾਈ ਬੋੜਾ ਵਾਲੇ ਆਵੇ ਦੁਗਨੀ ਲੱਭ ਸੇ ਮਿਲਾ ਤੇਰੀ ਦੁਗਨੀ ਭਾਈ ਬੋੜਾ ਵਾਲੇ ਆਵੇ ਦੁਗਨੀ ਜੁਗਨੀ ਜੁਗਨ ਜਗੰਤਰ ਦੀਵੇ ਜੁਗਨੀ ਜੁਗਨ ਜਗੰਤਰ ਆਹ ਆਹ ਜੁਗਨੀ ਜੁਗਨ ਜਗੰਤਰ ਦੀਵੇ ਜੁਗਨੀ ਅਗਨ ਅਗੰਤਰ ਦੀਵੇ ਜੁਗਨੀ ਫੜ ਫੜਵਾ ਨੂੰ ਖੋਲੇ ਜੁਗਨੀ ਅੱਲਾ ਹੀ ਅੱਲਾ ਬੋਲੇ ਓ ਸਾਈ ਮੇਰੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਹੋ ਜੁਗਨੀ ਜੋਗ ਭੋਗਦੀ ਮਾਇਆ ਜੁਗਨੀ ਜੋਗ ਭੋਗਦੀ ਆਹ ਆਹ ਜੁਗਨੀ ਜੋਗ ਭੋਗਦੀ ਮਾਇਆ ਰਾਂਝੇ ਮੀਆਂ ਆਖ ਸਦਾਇਆ ਹੀਰ ਸਲੇਟੀ ਰੰਗ ਚੜਾਇਆ ਦੋਤ ਕੇ ਇਸ਼ਕ ਲਾਗੀ ਲਾਇਆ ਓ ਸਾਈ ਮੇਰੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਲੱਭ ਸੇ ਮਿਲਾ ਤੇਰੀ ਜੁਗਨੀ ਭਾਈ ਬੋੜਾ ਵਾਲੇ ਆਵੇ ਜੁਗਨੀ ਸੱਭਿਆਚਾਰ ਪਰਿਵਰਤਨ ਦੇ ਪ੍ਰਭਾਵ ਕੀ ਪੈਂਦੇ ਨੇ, ਇਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਡਾਕਟਰ ਗੋਪਾਲ ਸਿੰਘ ਬੁੱਟਰ ਸਾਡੇ ਨਾਲ ਨੇ ਔਰ ਬੜਾ ਵਧੀਆ ਇਹਨਾਂ ਦਾ ਮਨੋਰੰਜਨ ਦੇ ਤਰੀਕੇ ਨਾਲ ਦੱਸਣ ਦਾ ਤਰੀਕਾ ਹੈ, ਇਹ ਵੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਕਿ ਕਿਵੇਂ ਅਸੀਂ ਦੂਜੇ ਦਾ ਮਨੋਰੰਜਨ ਕਰਦੇ ਕਰਦੇ ਸਿੱਖਿਆ ਦਿੰਦੇ ਹਾਂ। ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਿਆ ਤੋਂ ਹੁਣ ਅੱਗੇ ਵਧਦੇ ਹਾਂ ਅਸੀਂ, ਕਿਉਂਕਿ ਅਸੀਂ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਦੀ ਗੱਲ ਵਧੇਰੇ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ। ਜਦੋਂ ਅਸੀਂ ਸੱਭਿਆਚਾਰ ਦੇ ਪਰਿਵਰਤਨ ਦੀ ਗੱਲ ਕਰਦੇ ਹਾਂ, ਦਿਮਾਗ 'ਚ ਬੜੇ ਸਵਾਲ ਪੈਦਾ ਹੁੰਦੇ ਆ। ਕਈ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਸੱਭਿਆਚਾਰ ਦੇ ਪਰਿਵਰਤਨ ਦੇ ਪ੍ਰਭਾਵ ਹੇਠ ਆ ਗਿਆ, ਉਹ ਆਪਣੀਆਂ ਕਦਰਾਂ ਕੀਮਤਾਂ ਭੁੱਲ ਗਿਆ। ਜਿਹੜਾ ਸੱਭਿਆਚਾਰ ਦੇ ਪਰਿਵਰਤਨ ਦੇ ਪ੍ਰਭਾਵ ਹੇਠ ਆ ਗਿਆ, ਉਹਨੂੰ ਜੀਵਨ ਜਾਚ ਭੁੱਲ ਗਈ, ਉਹ ਦੂਰ ਹੋ ਗਿਆ ਆਪਣੇ ਸੱਭਿਆਚਾਰ ਤੋਂ, ਆਪਣੀਆਂ ਜੜ੍ਹਾਂ ਤੋਂ। ਕਹਿੰਦੇ ਨਾ ਇੱਕ ਸਵਾਲ ਜਿਹਾ ਚੱਕੇ ਜਾਂਦੇ ਉਹਦੇ ਤੇ ਕਿ ਇਹ ਹੁਣ ਸੱਭਿਆਚਾਰਕ ਗੱਲਾਂ ਨਹੀਂ ਕਰਦਾ, ਇਹ ਹੁਣ ਉਹ ਨਹੀਂ ਰਿਹਾ। ਇਹ ਜਿਹੜੀ ਮੈਂ ਪਹਿਲਾਂ ਬੁਨਿਆਦੀ ਗੱਲ ਇਹ ਕੀਤੀ ਵੀ ਇਹਦੀ ਡੈਫੀਨੇਸ਼ਨ ਹੀ ਇੱਥੋਂ ਸ਼ੁਰੂ ਹੁੰਦੀ ਹੈ ਵੀ ਇਹ ਗਤੀਸ਼ੀਲ ਵਰਤਾਰਾ ਜੀ। ਜਦੋਂ ਤੁਹਾਡੇ ਵਿੱਚ ਸੱਭਿਆਚਾਰ 'ਚ ਪਰਿਵਰਤਨ ਆਉਣਾ ਤੇ ਜਦੋਂ ਆਉਣਾ ਹੈ ਤੇ ਉਹਦੇ ਨਾਲ ਜਿਹੜੀਆਂ ਵਸਤੂਆਂ ਪੁਰਾਣੀਆਂ ਪਿੱਛੇ ਰਹਿ ਜਾਣੀਆਂ, ਨਵੀਆਂ ਆ ਜਾਣੀਆਂ, ਉਹਦੇ ਨਾਲ ਇੱਕ ਪੂਰਾ ਚੱਜ ਆਚਾਰ, ਪੂਰੀ ਜੀਵਨ ਜਾਚ ਜਦੋਂ ਉਹਦੇ ਨਾਲ ਅਸੀਂ ਉਹਨੂੰ ਗ੍ਰਹਿਣ ਕਰਨਾ ਹੈ ਤੇ ਥੋੜੀਆਂ ਤਬਦੀਲੀਆਂ ਤੇ ਫਿਰ ਉਹ ਆਉਣੀਆਂ ਤੇ ਉਹ ਸੁਭਾਵਿਕ ਵੀ ਆ। ਕੋਈ ਉਹ ਇਹਨੂੰ ਅਨਾਚਾਰ ਨਹੀਂ ਮੰਨਣਾ ਚਾਹੀਦਾ ਵੀ ਕਿਉਂ ਬਦਲ ਗਿਆ। ਜੀ ਆਹੀ ਮੇਰਾ ਸਵਾਲ ਸੀ। ਹਾਂ ਵੇਖੋ ਮੇਰੀ ਗੱਲ ਸੁਣੋ, ਤੁਸੀਂ ਕਦੀ ਇਹ ਸੋਚ ਸਕਦੇ ਵੀ ਹੁਣ ਵਿਆਹ ਹੋਣਾ ਹੋਵੇ ਪਿੰਡ 'ਚ ਤੇ ਤੁਸੀਂ ਤੁਹਾਡੇ ਕਲਚਰ ਦੇ ਵਿੱਚ ਸਾਰੇ ਬੰਦੇ ਕੰਮਕਾਜੀ ਆ ਤੇ ਸਾਰੇ ਆ ਤੇ ਤੁਸੀਂ ਸੋਚੋਗੇ ਵੀ 100 ਬੰਦਾ ਘੋੜੀਆਂ ਤੇ ਚੜ ਕੇ ਆ ਗਿਆ ਤੇ 25 ਬੰਦੇ ਉਹਨਾਂ ਦੇ ਘੋੜੀਆਂ ਨੂੰ ਛੋਲੇ ਪਾਉਣ ਵਾਸਤੇ ਲੱਗੇ ਹੋਏ ਆ, 50 ਬੰਦੇ ਦੁੱਧ ਇਕੱਠਾ ਕਰਨ ਲੱਗੇ ਹੋਏ ਆ, ਠੀਕ ਹੈ। ਕਦੀ ਉਹ ਰੋਟੀ ਫਲਾਣੇ ਵੱਲੋਂ ਆਉਂਦੀ, ਕਦੀ ਟਿਕੜੇ ਵੱਲੋਂ, ਤੇ 10-10 15-15 ਦਿਨ ਬਰਾਤਾਂ ਉੱਥੇ ਰਹਿਣ। ਇਹ ਕੋਈ ਅਫੋਰਡ ਕਰ ਸਕਦਾ ਹੁਣ? ਹੋ ਹੀ ਨਹੀਂ ਸਕਦਾ, ਕਿਉਂਕਿ ਬਹੁਤ ਤੇਜ਼ੀ ਨਾਲ ਸਾਰਾ ਕੁਝ ਹੋ ਰਿਹਾ। ਉਹ ਚੀਜ਼ਾਂ ਫਿਰ ਚਿੰਨ੍ਹ ਰੂਪ 'ਚ ਰਹਿ ਜਾਂਦੀਆਂ। ਉਹ ਚਿੰਨ੍ਹ ਰੂਪ 'ਚ ਰਹਿ ਜਾਂਦੀਆਂ ਕਿ ਤੁਸੀਂ ਆਮ ਤੌਰ ਤੇ ਹੁਣ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਕਿ ਲੇਡੀ ਸੰਗੀਤ ਰੱਖਦੇ ਆ ਜੀ। ਪਿੰਡਾਂ ਵਿੱਚ ਵੀ ਹੁੰਦਾ ਸੀ ਲੇਡੀ ਸੰਗੀਤ, ਉਹਨੂੰ ਕਹਿੰਦੇ ਗਾਉਣ ਬੈਠਣਾ ਜੀ। ਪਰ ਉਹ ਪਿੰਡਾਂ ਵਾਲਾ ਗਾਉਣ ਬੈਠਣਾ ਤੇ ਜਿਹੜਾ ਸ਼ਹਿਰਾਂ ਦਾ ਲੇਡੀ ਸੰਗੀਤ ਆ ਉਹਦੇ ਵਿੱਚ ਵੀ ਫਰਕ ਆ। ਉਹ ਤਾਂ ਪਿੰਡਾਂ ਵਿੱਚ ਜਿਹੜੀਆਂ ਬੀਬੀਆਂ ਗਾਉਂਦੀਆਂ ਸੀ ਤੇ ਵੱਧ ਤੋਂ ਵੱਧ ਕਦੇ ਚਾਹ ਦਾ ਘੁੱਟ ਪੀ ਕੇ ਚਲੇ ਜਾਂਦੀਆਂ ਸੀ।
ਹੁਣ ਤੇ ਜਦੋਂ ਲੇਡੀ ਸੰਗੀਤ ਹੁੰਦਾ ਤੇ ਬੰਦਿਆਂ ਵਾਸਤੇ ਖਾਣ ਪੀਣ ਦਾ ਵੱਖਰਾ ਲੱਗਾ ਹੁੰਦਾ ਤੇ ਸਾਰਾ ਕੁਝ ਉਹ ਸਾਰਾ ਕੁਝ ਨਾ ਹੁਣ ਸਮੇਟਿਆ ਜਾ ਰਿਹਾ ਕਿਉਂਕਿ ਜੀਵਨ ਬਹੁਤ ਫਾਸਟ ਹੋ ਗਿਆ। ਹੁਣ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਹ ਸਾਰੇ ਕੁਝ ਨੂੰ ਉਸ ਗਤੀ ਦੇ ਵਿੱਚ ਰੱਖ ਸਕਣ। ਔਰ ਦੂਜੀ ਗੱਲ ਇਹ ਹੈ ਜਦੋਂ ਸਮਾਂ ਨੇ ਬਦਲਣਾ, ਜਦੋਂ ਸਾਡੇ ਪਦਾਰਥ ਨੇ ਬਦਲਣਾ, ਜਦੋਂ ਸਾਡੇ ਪਦਾਰਥ ਨੂੰ ਵਰਤਣ ਦੇ ਢੰਗਾਂ ਨੇ ਨਵਿਆਂ ਨੇ ਇਜਾਦ ਹੋਣਾ ਤੇ ਉਹਦੇ ਨਾਲ ਸ਼ਬਦਾਵਲੀ ਵੀ ਬਦਲਣੀ ਹੈ ਜੀ। ਅੱਛਾ, ਅਸੀਂ ਆਮ ਤੌਰ ਤੇ ਸਮਝਦੇ ਹਾਂ ਵੀ ਉਹ ਤੇ ਸਾਡੇ ਜਿਹੜੇ ਸੱਭਿਆਚਾਰਕ ਸ਼ਬਦ ਆ ਉਹ ਤੇ ਬੜੇ ਪਵਿੱਤਰ ਸੀ, ਇਹ ਕੀ ਹੋ ਗਿਆ? ਇਦਾਂ ਨਹੀਂ ਹੁੰਦਾ, ਇਹ ਬਦਲਣਾ ਹੀ ਬਦਲਣਾ। ਹੁਣ ਤੁਸੀਂ ਸੋਚੋ ਕਿ ਮੈਂ ਆਪਣੇ ਕਾਲਜ ਦੇ ਵਿੱਚ ਜਿਹੜੇ ਐਮਏ ਦੇ ਬੱਚੇ ਮੇਰੇ ਕੋਲ ਪੜ੍ਹਦੇ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਵੀ ਮੈਂ 84 ਤੋਂ 86 ਤੱਕ ਇਸੇ ਕਾਲਜ ਵਿੱਚ ਐਮਏ ਪੰਜਾਬੀ ਕਰਨ ਆਇਆ ਜੀ। ਉਸ ਵੇਲੇ ਕੋਈ ਬੰਦਾ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਕਦੀ ਪੰਜਾਬੀ ਦੇ ਵਿੱਚ ਇੱਕ ਗੀਤ ਲਿਖਿਆ ਜਾਊਗਾ ਅੱਛਾ ਜੀ, ਤੇ ਜਿਹਦੀ ਵਰਡਿੰਗ ਇਹ ਹੋਊਗੀ ਕਿ ਤੇਰੇ ਨਾਲ ਖਿਚਵਾਈਆਂ ਫੇਸਬੁੱਕ ਉੱਤੇ ਪਾਈਆਂ, ਤੇਰੀ ਕੱਲੀ ਫੋਟੋ ਤੇ ਡਿਲੀਟ ਮਾਰਿਆ। 84 86 ਵਿੱਚ ਕੋਈ ਬੰਦਾ ਸੋਚ ਹੋ ਹੀ ਨਹੀਂ ਸੀ ਸਕਦਾ, ਜਦੋਂ ਪਦਾਰਥ ਹੀ ਨਹੀਂਗਾ, ਜਦੋਂ ਕੰਪਿਊਟਰ ਹੀ ਨਹੀਂਗਾ, ਜਦੋਂ ਫੇਸਬੁੱਕ ਹੀ ਨਹੀਂ, ਉਹਦੇ ਨਾਲ ਸੰਬੰਧਿਤ ਕਲਚਰ ਕਿੱਥੋਂ ਆ ਜਾਊਗਾ? ਉਦੋਂ ਮੱਛਰਦਾਨੀ ਸੀ ਤਾਂ ਮੱਛਰਦਾਨੀ ਲੈ ਦੇਵੇ, ਮੱਛਰ ਨੇ ਖਾ ਲਈ ਤੋੜ ਕੇ, ਹਨਾ। ਹੁਣ ਤਾਂ ਮੱਛਰ ਨੂੰ ਵਿਚਾਰੇ ਨੂੰ ਗੂੰਗਾ ਬੋਲਾ ਕਰ ਦਿੰਦੇ ਆ। ਉਹ ਕਹਿੰਦੇ ਨੇ ਨਾ ਕਿ ਇਹ ਗੁੰਦੀਆਂ ਜੋ ਗੁੱਤਾਂ ਇਹ ਲਮਕਣ ਪਰ ਆਂਦੇ, ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ, ਇਹ ਮੌਸਮ ਨੇ ਮੌਸਮ ਬਦਲਦੇ ਹੀ ਰਹਿਣੇ, ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ। ਸੋ ਬੁੱਟਰ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਤੁਸੀਂ ਬਸਤੀਵਾਦ ਦੀ ਗੱਲ ਕੀਤੀ, ਅੰਗਰੇਜ਼ਾਂ ਦੀ ਗੱਲ ਕੀਤੀ, ਵਾਂਡੇ ਤੋਂ ਵਾਂਡੇ ਬਣ ਗਿਆ। ਔਰ ਬਸਤੀਵਾਦ ਦਾ ਇਹ ਹਮੇਸ਼ਾ ਕਨਸੈਪਟ ਰਿਹਾ, ਸੋਚ ਰਿਹਾ ਕਿ ਦੂਜੇ ਨੂੰ ਆਪਣੇ ਵਰਗਾ ਕਰ ਲਓ, ਦੂਜੇ ਦੀ ਸੋਚ ਆਪਣੇ ਵਰਗੀ ਕਰ ਲਓ, ਫਿਰ ਤੁਹਾਨੂੰ ਉਹਨੂੰ ਗੁਲਾਮ ਬਣਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਉਹਨੂੰ ਗੁਲਾਮ ਬਣਾ ਲਿਆ, ਬਣ ਗਿਆ, ਠੀਕ ਹੈ ਨਾ। ਔਰ ਇਹ ਬਸਤੀਵਾਦ ਦਾ, ਕੋਲੋਨਾਈਜੇਸ਼ਨ ਦਾ ਹਮੇਸ਼ਾ ਕਨਸੈਪਟ ਰਿਹਾ ਹੈ। ਔਰ ਪੂਰੀ ਦੁਨੀਆ ਵਿੱਚ ਅਸੀਂ ਅੱਜ ਦੇਖਦੇ ਹਾਂ ਇਸ ਨੂੰ, ਜੋ ਬਿਜ਼ਨਸ ਹੈ, ਕਾਰਪੋਰੇਸ਼ਨਸ ਨੇ, ਬਾਹਰੇ ਮੁਲਕਾਂ ਦੀਆਂ ਕਾਰਪੋਰੇਸ਼ਨਸ ਆਈਆਂ ਹੋਈਆਂ ਨੇ, ਇੰਟਰਨੈਟ ਦੇ ਉੱਤੇ, ਟੀਵੀ ਦੇ ਐਡਵਰਟਾਈਜ਼ਮੈਂਟ, ਫਿਲਮਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਪ੍ਰੋਡਕਟ ਪਲੇਸਮੈਂਟ, ਉਹ ਜਿਹੜਾ ਕਲਚਰ ਬਣਾਉਂਦੇ ਨੇ, ਸੱਭਿਆਚਾਰ, ਉਹਦਾ ਕਿਸੇ ਦੇਸ਼ ਨਾਲ, ਕਿਸੇ ਖਿੱਤੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਮਾਰਕੀਟਿੰਗ ਹੈ। ਕਲਚਰ ਡਿਜ਼ਾਈਨਰ ਬੈਠੇ ਹੋਏ ਨੇ, ਉਹਦਾ ਜਿਹੜਾ ਪ੍ਰਭਾਵ ਪੈਂਦਾ ਹੈ ਸਾਡੀਆਂ ਕਦਰਾਂ ਕੀਮਤਾਂ ਦੇ ਉੱਤੇ। ਇੱਕ ਬੁਨਿਆਦੀ ਗੱਲ ਇਹ ਸਮਝਣ ਵਾਲੀ ਹੈ ਕਿ ਇਹ 100% ਸੱਚ ਹੈ ਕਿ ਆਦਮੀ ਬੁਨਿਆਦੀ ਤੌਰ ਤੇ ਸਵਾਰਥੀ, ਇਹ ਬੇਸਿਕ ਇਨਸਟਿੰਕਟ ਉਹਦੇ ਚ ਹੈਗੀ ਆ ਜੀ, ਕਿ ਉਹ ਸਵੈ ਤੋਂ ਬਹੁਤਾ ਕਦੀ ਮੁਕਤ ਨਹੀਂ ਹੋ ਸਕਦਾ। ਹੁੰਦੇ ਆ, ਪਰ ਜਿਹੜੇ ਉਹ ਹੁੰਦੇ ਉਹ ਸਾਡੇ ਫਿਰ ਆਦਰਸ਼ ਬਣਦੇ, ਉਹ ਸਾਡੇ ਨਾਇਕ ਬਣਦੇ ਆ ਜੀ। ਪਰ ਆਮ ਬਹੁ ਗਿਣਤੀ ਜਿਹੜੀ ਵੱਡੀ ਧਿਰ ਆ ਉਹ ਇਹਦੇ ਚ। ਹੁਣ ਤੁਸੀਂ ਗੱਲ ਕੀਤੀ ਕਿ ਸੱਭਿਆਚਾਰ ਦੇ ਨਾਲ ਸੰਬੰਧਿਤ ਵੱਖ-ਵੱਖ, ਹੁਣ ਤੁਸੀਂ ਨਵੇਂ ਦੇਖ ਰਹੇ ਹੋਗੇ ਇਹਨਾਂ ਦਿਨਾਂ ਦੇ ਵਿੱਚ, ਪਿਛਲੇ 20-25 ਸਾਲਾਂ ਤੋਂ, ਕਿ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ। ਹਾਂਜੀ, ਵਰਲਡ ਪੰਜਾਬੀ ਕਾਨਫਰੰਸ ਬਿਲਕੁਲ ਹੋ ਕਿੱਥੇ ਰਹੀ ਹੈ? ਬਰੈਂਪਟਨ ਚ ਹੋ ਰਹੀ ਹੈ, ਬਰਮਿੰਘਮ ਚ ਹੋ ਰਹੀ ਹੈ ਜੀ, ਠੀਕ ਹੈ। ਕਿ ਵਰਲਡ, ਪਹਿਲੀ ਗੱਲ ਤੇ ਪਾਕਿਸਤਾਨ ਦੇ ਵਿੱਚ ਤੇ ਪੰਜਾਬ, ਇਧਰ ਹਿੰਦੁਸਤਾਨ ਚ ਕਿਉਂ ਨਹੀਂ ਹੋ ਰਹੀ? ਠੀਕ ਹੈ। ਇੱਥੋਂ ਜਿਹੜੇ ਬੰਦੇ ਉਹਨਾਂ ਨੂੰ ਪ੍ਰੇਰ ਰਹੇ ਵੀ ਤੁਸੀਂ ਕਰਵਾਓ, ਉੱਥੇ ਅੰਗਰੇਜ਼ਾਂ ਨੂੰ ਪੰਜਾਬੀ ਸਿਖਾਉਣ ਜਾ ਰਹੇ, ਆਪਣੇ ਬੱਚੇ ਤੋਂ ਉੱਥੇ ਪੰਜਾਬੀ ਭੁੱਲਦੇ ਜਾਂਦੇ ਆ। ਜੀ ਜੀ ਜੀ। ਇਹ ਜਿਹੜਾ ਨਾ, ਜਿਹੜੇ ਸੱਭਿਆਚਾਰਕ ਮੇਲੇ ਲੱਗਦੇ ਆ, ਜਿਹੜੀਆਂ ਸੱਭਿਆਚਾਰਕ ਸੈਮੀਨਾਰ ਹੁੰਦੇ, ਕਾਨਫਰੰਸਾਂ ਹੁੰਦੀਆਂ, ਸਾਰਾ ਕੁਝ ਹੁੰਦਾ, ਇਹ ਵੇਖਣ ਨੂੰ ਸਾਨੂੰ ਇਹ ਲੱਗਦਾ ਆ ਕਿ ਇਹ ਬੜੇ ਪੁੰਨ ਦਾ ਕੰਮ ਹੋ ਰਿਹਾ ਜੀ, ਇਹ ਬੜਾ ਪੁੰਨ ਦਾ ਕੰਮ। ਪਰ ਮੈਂ ਇਹ ਸੋਚਦਾ ਵੀ ਇਹਦੇ ਚ ਪੁੰਨ ਵੀ ਹੈਗਾ ਆ, ਪਰ ਪੁੰਨ ਥੋੜਾ, ਇਹ ਤੇ ਫਲੀਆਂ ਵੱਧ ਆ। ਵਾਹ ਜੀ ਵਾਹ, ਇਹ ਬਹੁਤ ਵਧੀਆ ਗੱਲ ਹੈ ਕਿ ਇਹਦੇ ਨਾਲ ਕਬੂਤਰਬਾਜੀ ਵੀ ਹੋ ਰਹੀ ਹੈ ਜੀ, ਇਹਦੇ ਨਾਲ ਬਿਜ਼ਨਸ ਹੋ ਰਿਹਾ। ਔਰ ਮੈਂ ਆਮ ਤੌਰ ਤੇ ਗੱਲ ਕਹਿਣਾ ਹੁੰਦਾ ਕਿ ਜਿਹੜਾ ਸੱਭਿਆਚਾਰ ਆ ਨਾ ਜੀ, ਸੱਭਿਆਚਾਰ ਦਾ ਵਪਾਰੀਕਰਨ ਹੋ ਰਿਹਾ। ਵਪਾਰ ਹੈ, ਬਿਲਕੁਲ ਵਪਾਰ ਹੈ। ਅੱਛਾ ਜੀ, ਵਪਾਰ ਤੋਂ ਮੈਨੂੰ ਇੱਕ ਗੱਲ ਚੇਤਾ ਆਈ, ਵਪਾਰ ਬੜੇ ਵੱਧ ਗਏ। ਜਿੱਦਾਂ ਹੁੰਦਾ ਆ ਕਿ ਅੱਗੇ ਹੁੰਦਾ ਸੀਗਾ ਕਿ ਉਹਨੇ ਏਰੀਏ 'ਚ ਚੀਜ਼ ਬਣਦੀ ਸੀ, ਉਹਨੇ ਏਰੀਏ 'ਚ ਵੇਚੀ ਜਾਂਦੀ ਸੀ। ਹੁਣ ਫੈਸਟੀਵਲ ਲੱਗਣ ਲੱਗ ਗਏ, ਫੂਡ ਫੈਸਟੀਵਲ। ਜਿੱਦਾਂ ਹੁਣ ਆਪਾਂ ਭਾਰਤ ਦੀ ਗੱਲ ਕਰੀਏ, ਸਾਊਥ ਦਾ ਫੂਡ ਆ ਜਿਹੜਾ, ਉਹਦਾ ਪੰਜਾਬ 'ਚ ਜਿਹੜਾ ਹੈ ਲੱਗਦਾ ਹੈ, ਮੇਲਾ ਲੱਗਦਾ ਆ। ਜਦੋਂ ਕਿਤੇ ਫੂਡ ਫੈਸਟੀਵਲ ਹੁੰਦੇ ਆ, ਕਾਰਨਰ ਲੱਗੇ ਹੁੰਦੇ, ਪੰਜਾਬ ਦੀ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਰਾਜਸਥਾਨ ਦਾ ਆਹ। ਫਿਰ ਕੱਪੜਿਆਂ ਦੇ ਫੈਸਟੀਵਲ ਲੱਗਣ ਲੱਗ ਗਏ, ਜਿੱਥੇ ਕਲਚਰ ਐਕਸਚੇਂਜ ਕੀਤੇ ਜਾਂਦੇ ਇੱਕ ਦੂਜੇ ਦੇ ਨਾਲ। ਇੱਕ ਦੂਸਰੇ ਦੇ ਨਾਲ ਜਦੋਂ ਅਸੀਂ ਕਲਚਰ ਐਕਸਚੇਂਜ ਕਰਦੇ ਆ, ਚਾਹੇ ਉਹ ਭਾਰਤ ਦੇ ਬਾਕੀ ਜਿਹੜੇ ਸਟੇਟਸ ਨੇ ਉਹਨਾਂ ਦੇ ਨਾਲ ਹੋਵੇ, ਚਾਹੇ ਵਿਦੇਸ਼ੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਕਲਚਰ ਐਕਸਚੇਂਜ ਹੋਵੇ, ਉਹਦਾ ਅਸਰ ਪੋਜ਼ਿਟਿਵ ਜ਼ਿਆਦਾ ਜਾ ਰਿਹਾ ਕਿ ਨੈਗੇਟਿਵ?
ਹਾਂ ਇਦਾਂ ਆ ਕਿ ਵੇਖੋ ਇੱਕ ਤੇ ਇਹ ਭਾਈਚਾਰਕ ਸਾਂਝ ਬਣਨ ਵਾਲੀ ਤੇ ਗੱਲ ਹੈਗੀ ਹੈ ਬਿਲਕੁਲ ਦਰੁਸਤ ਜੀ ਕਿ ਸਾਡਾ ਕੁਝ ਚੰਗਾ ਪੱਖ ਉਹ ਵੇਖਣਾ, ਅਸੀਂ ਉਹਨਾਂ ਦਾ ਕੁਝ ਚੰਗਾ ਪੱਖ ਵੇਖੀਏ। ਹੋ ਸਕਦਾ ਸਾਡੇ ਤੋਂ ਉਹ ਕੁਝ ਸਿੱਖ ਲੈਣਾ, ਅਸੀਂ ਉਹਨਾਂ ਤੋਂ ਕੁਝ ਸਿੱਖ ਲਈਏ। ਜੀ ਇਹ ਤੇ ਜਿਹੜਾ ਜਿੱਥੋਂ ਤੱਕ ਗਿਆਨ ਦੀ ਗੱਲ ਆ, ਜੀ ਇਹ ਪੱਖ ਤੇ ਦਾ ਹੈਗਾ ਪੋਜ਼ਿਟਿਵ। ਜੀ ਪਰ ਹੋ ਕੀ ਰਿਹਾ, ਜੀ ਇੱਕ ਨਾ ਟਰਮ ਸੱਭਿਆਚਾਰ ਦੇ ਪਰਿਵਰਤਨ ਦੇ ਵਿੱਚ ਹੀ ਵਰਤੀ ਜਾਂਦੀ ਹੈ, ਸੱਭਿਆਚਾਰੀਕਰਨ। ਜੀ ਜੀ ਸੱਭਿਆਚਾਰੀਕਰਨ ਉਹ ਜਿੱਦਾਂ ਬਸਤੀਵਾਦ ਦੀ ਗੱਲ ਕੀਤੀ, ਉਹਨਾਂ ਨੇ ਬਸਤੀਆਂ ਵੱਖ-ਵੱਖ ਡਿਵੈਲਪ ਕੀਤੀਆਂ ਤਾਂ ਉਹਨਾਂ ਨੇ ਆਪਣੇ ਬਿਜ਼ਨਸ ਵਾਸਤੇ ਸੀ ਜੀ। ਤੇ ਉਹਨਾਂ ਨੇ ਨਾਲੇ ਲੁੱਟਿਆ ਤੇ ਨਾਲੇ ਕੁੱਟਿਆ ਤੇ ਕਿਹਾ ਉਹਨਾਂ ਨੇ ਪਤਾ ਕੀ ਕਿ ਇਹ ਅਸੀਂ ਉਜੱਡ ਤੇ ਜੰਗਲੀ ਲੋਕਾਂ ਨੂੰ ਸੱਭਿਆਚਾਰ ਸਿਖਾਉਣ ਆਏ ਆ। ਸਹੀ ਗੱਲ ਹੈ। ਅੱਛਾ ਜੀ ਕਿ ਇਹਨਾਂ ਨੂੰ ਜ਼ਿੰਦਗੀ ਦੀਆਂ ਉੱਚਤਮ ਕਦਰਾਂ ਕੀਮਤਾਂ ਤੋਂ ਪਰਿਚਿਤ ਕਰਾਉਣ ਆਏ ਆ, ਵਾਕਫ ਕਰਾਉਣ ਆਏ ਆ। ਜੀ ਅੱਛਾ, ਪਰ ਹੋਇਆ ਕੀ ਕਿ ਉਹਨਾਂ ਦਾ ਸਾਡੇ ਉੱਤੇ ਇੰਨਾ ਪ੍ਰਭਾਵ ਪੈ ਗਿਆ ਜੀ ਕਿ ਅਸੀਂ ਬਹੁਤ ਕੁਝ ਜਿਹੜਾ ਆ, ਕਿਉਂਕਿ ਰਾਜਾ ਜਿਹੜਾ ਨਾ, ਇਹ ਗੱਲ ਸੱਚ ਹੈ ਵੀ ਜਿਹੜਾ ਰਾਜਾ ਹੁੰਦਾ ਨਾ, ਜੀ ਉਹ ਤੁਹਾਡੇ ਮਨ ਤੇ ਅਸਰ ਪਾਉਂਦਾ। ਉਹ ਤੁਹਾਡਾ ਆਦਰਸ਼ ਬਣ ਜਾਂਦਾ। ਜੀ ਯਥਾ ਰਾਜਾ ਤਥਾ ਪ੍ਰਜਾ। ਤੁਸੀਂ ਦੇਖਿਆ ਨਾ ਸਤਲੁਜ ਤੋਂ ਪਾਰ ਚੱਲ ਜਾਓ, ਪਟਿਆਲੇ, ਨਾਭੇ, ਫਰੀਦਕੋਟ, ਇਧਰ ਜਿਹੜੇ ਲੋਕ ਆ, ਬਹੁਤ ਸਾਰੇ, ਤੁਹਾਨੂੰ ਹੁਕਮਚੰਦ ਸ਼ਰਮਾ ਇੱਕ ਸਾਡੇ ਪੱਤਰਕਾਰ ਨੇ ਬਹੁਤ ਵੱਡੇ, ਹਾਂਜੀ, ਉਹ ਪੂਰੀ ਇਹਨਾਂ ਪਗੜੀ ਦਸਤਾਰ ਦੇ ਉਹ ਭਾਵਕ ਉਹਨਾਂ ਦਾ ਮੈਂ ਵੈਸੇ ਕਿ ਵੀ ਉੱਥੇ ਬਹੁਤ ਗਿਣਤੀ ਸਾਡੇ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਜੀ ਉਹ ਜਿੱਦਾਂ ਦੇ ਉੱਥੇ ਰਾਜੇ ਦੀ ਵੇਸ਼ਭੂਸ਼ਾ ਆ ਜੀ ਕਿ ਉਹ ਬੰਦਾ ਗ੍ਰਹਿਣ ਕਰਦਾ ਆ। ਜੀ ਤੇ ਅਸੀਂ ਵੀ ਅੰਗਰੇਜ਼ਾਂ ਨੂੰ ਇੱਕ ਆਈਡੀਅਲ ਦੇ ਤੌਰ ਤੇ ਸਾਡੇ ਮਨ ਚੋਂ ਕਦੇ, ਕਿਉਂਕਿ ਮਨ ਜਿਹੜੀ ਚੀਜ਼ ਮਨ ਦੇ ਵਿੱਚ ਪੈ ਗਈ ਨਾ, ਜੀ ਉਹ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ। ਸਹੀ ਗੱਲ ਹੈ। ਠੀਕ ਹੈ, ਉਹ ਮਨ ਹੌਲੀ ਹੌਲੀ ਕਬੂਲਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਜੀ ਪਰ ਜਦੋਂ ਮਨ ਕਬੂਲ ਲੈਂਦਾ ਨਾ, ਫਿਰ ਬੰਦਾ ਉਹ ਤੋਂ ਮੁਕਤ ਨਹੀਂ ਹੋ ਸਕਦਾ। ਜੀ ਜਿਸ ਤਰ੍ਹਾਂ ਬੁੱਟਰ ਸਾਹਿਬ ਆਪਾਂ ਦੇਖਦੇ ਹਾਂ ਇੰਡੀਅਨ ਕਾਉਂਸਲ ਆਫ ਕਲਚਰਲ ਰਿਲੇਸ਼ਨਸ, ਜਿਹਦੇ ਅੰਤਰਗਤ, ਜਿਹਦੇ ਅਧੀਨ ਅਸੀਂ ਅਲੱਗ-ਅਲੱਗ ਮੁਲਕਾਂ ਦਾ ਸੱਭਿਆਚਾਰ ਆਪਸ ਦੇ ਵਿੱਚ ਐਕਸਚੇਂਜ ਕਰਦੇ ਹਾਂ। ਸਨ 2015 ਦੇ ਵਿੱਚ 21 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਯੋਗ ਡੇ ਮਨਾਇਆ ਜਾਂਦਾ ਹੈ, ਜੋ UNO ਨੇ ਘੋਸ਼ਿਤ ਕਰ ਦਿੱਤਾ ਸਾਡੇ ਭਾਰਤ ਦੇ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ। ਉਸੇ ਤਰ੍ਹਾਂ ਹੀ ਵੱਖ-ਵੱਖ ਦੇਸ਼ ਜਿਹੜੇ ਨੇ ਕੂਟਨੀਤੀ ਦੇ ਆਧਾਰ ਦੇ ਉੱਤੇ ਆਪਣੇ ਦੇਸ਼ ਦਾ ਸੱਭਿਆਚਾਰ ਦੂਸਰੇ ਦੇਸ਼ ਦੇ ਨਾਲ ਸਾਂਝਾ ਕਰਦੇ ਨੇ ਤਾਂ ਕਿ ਉਹਦਾ ਚੰਗਾ ਪ੍ਰਭਾਵ ਪਵੇ। ਇੱਦਾਂ ਜਿਹੜੇ ਦੇਸ਼ ਇਸ ਨੂੰ ਸੌਫਟ ਪਾਵਰ ਦੇ ਰੂਪ ਦੇ ਵਿੱਚ, ਨਰਮ ਤਾਕਤ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਰਹੇ ਨੇ, ਇਹਦੇ ਨਾਲ ਦੇਸ਼ ਕਿੰਨੇ ਕੁ ਨੇੜੇ ਆਏ ਨੇ, ਦੇਸ਼ ਦੇ ਲੋਕ ਕਿੰਨੇ ਕੁ ਨੇੜੇ ਆਏ ਨੇ ਤੇ ਵਿਸ਼ਵ ਸ਼ਾਂਤੀ ਵੱਲ ਅਸੀਂ ਕਿੰਨਾ ਕੁ ਵਧੇ ਹਾਂ। ਗੱਲ ਫਿਰ ਬੁਨਿਆਦੀ ਤੌਰ ਤੇ ਸਵਾਰਥ ਵਾਲੀ ਆ ਗਈ। ਹੁੰਦਾ। ਪਰ ਜਿਹੜੀ ਗੱਲ ਤੁਸੀਂ ਜਿੱਦਾਂ ਯੋਗਾ ਦੀ ਗੱਲ ਕੀਤੀ ਹੈ, ਇਹ ਬਿਲਕੁਲ ਸੱਚ ਹੈ ਵੀ ਸਾਡੇ ਕੋਲ ਇੱਕ ਬੜੀ ਅਮੀਰ ਪਰੰਪਰਾ ਰਹੀ ਹੈ ਗਿਆਨ ਦੀ। ਆਯੁਰਵੇਦ ਹੈ ਸਾਡਾ, ਆਯੁਰਵੇਦ ਸਾਡਾ, ਯੋਗਾ ਜਿਹੜਾ ਮਹਾਰਿਸ਼ੀ ਪਤੰਜਲੀ ਦਾ, ਭਾਵ ਕਿ ਇਹ ਹੁਣ ਵਿਗਿਆਨਕ ਤੌਰ ਤੇ ਵੀ ਸੱਚ ਹੋ ਗਿਆ ਵੀ ਉਹਨਾਂ ਆਸਨਾਂ ਦੇ ਨਾਲ, ਉਸ ਪ੍ਰਾਣਾਯਾਮ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ, ਖਾਸ ਤੌਰ ਤੇ ਜਿਹੜੀਆਂ ਇਹ ਨਵੇਂ ਯੁੱਗ ਦੀਆਂ ਬਿਮਾਰੀਆਂ, ਜਿਨ੍ਹਾਂ 'ਚ ਇੱਕ ਡਿਪਰੈਸ਼ਨ ਹੈ ਬਹੁਤ ਵੱਡੀ ਬਿਮਾਰੀ, ਉਹਦਾ ਪ੍ਰਾਣਾਯਾਮ ਦੇ ਵਿੱਚ ਸਭ ਤੋਂ ਵਧੀਆ ਇਲਾਜ ਹੈ, ਮੁਫਤ ਵਾਲਾ ਇਲਾਜ ਹੈ ਕਿ ਬੰਦਾ ਆਪਣੇ ਸਾਹ ਨੂੰ ਕੰਟਰੋਲ, ਕਿਉਂਕਿ ਭਾਵ ਅਸਲ 'ਚ ਜਿਹੜੀਆਂ ਸਾਡੀਆਂ ਆ ਜਿਹੜੀ ਆਮ ਹਵਾ ਸਾਡੇ ਅੰਦਰ ਜਾ ਰਹੀ ਹੈ, ਜੀ ਪਾਣੀ ਜਾ ਰਿਹਾ ਹੈ, ਜੀ। ਇਹ ਤੇ ਕੋਈ ਖਰਚ ਤੇ ਹੈ ਨਹੀਂਗਾ, ਜੀ ਠੀਕ ਹੈ, ਪਰ ਉਹਨੂੰ ਵਰਤਣ ਦੀ ਜਿਹੜੀ ਵਿਧੀ ਹੈ, ਸਾਹ ਲੈਣ ਦੀ ਵਿਧੀ ਹੈ। ਜੀ ਮੈਂ ਇੱਕ ਯੋਗੀ ਦੇ ਪ੍ਰਵਚਨ ਸੁਣ ਰਿਹਾ, ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਾਣੀ ਜਲਦੀ ਸਾਹ ਲੈਂਦਾ ਉਹਦੀ ਉਮਰ ਥੋੜੀ ਹੁੰਦੀ ਹੈ। ਜਿਹੜਾ ਲੰਬੇ ਸਾਹ ਲੈਂਦਾ ਹੈ, ਗਹਿਰੇ ਸਾਹ ਲੈਂਦਾ, ਸਾਨੂੰ ਸਾਹ ਲੈਣਾ ਹੀ ਪਹਿਲਾਂ ਸਿੱਖਣਾ ਪਊਗਾ ਜੀ। ਉਹਦਾ ਸਾਡੀ ਸਿਹਤ ਦੇ ਉੱਤੇ, ਸਮੁੱਚੇ ਅੰਦਰਲੇ ਸਟਰਕਚਰ ਦੇ ਉੱਤੇ ਅਸਰ ਪੈਂਦਾ ਹੈ। ਇਹ ਚੀਜ਼ਾਂ ਨਵੇਂ ਹੁਣ ਇਹ ਜਿਹੜੀਆਂ ਸਾਡੇ ਅੰਦਰ, ਸਾਡੇ ਕੋਲ ਐਡਾ ਗਿਆਨ ਸੀ ਉਹਨਾਂ ਰਿਸ਼ੀਆਂ ਨੇ, ਉਹ ਰਿਸ਼ੀ ਕੌਣ ਸੀ ਜੀ? ਉਹ ਰਿਸ਼ੀ ਨੇ, ਆਪਾਂ ਉਹਨਾਂ ਦਾ ਧਾਰਮਿਕ ਪੱਖ ਛੱਡਦੇ, ਉਹ ਰਿਸਰਚ ਸਕਾਲਰ ਸੀ। ਇਹ ਵੀ ਸੱਭਿਆਚਾਰ ਹੈ। ਉਹਨਾਂ ਨੇ ਉਮਰਾਂ ਲਾਈਆਂ ਰਿਸਰਚ ਕਰਨ ਤੇ। ਬਿਲਕੁਲ ਸਹੀ ਹੈ। ਤੇ ਕਿਉਂਕਿ ਸਾਡੀ ਬਦਕਿਸਮਤੀ ਇਹ ਰਹੀ ਹੈ ਕਿ ਸਾਡੇ ਕੋਲ ਰਾਜ ਨਹੀਂ ਰਿਹਾ, ਤੇ ਜੋ ਬਾਹਰੋਂ ਆਇਆ, ਜੋ ਉਹਨਾਂ ਨੇ ਦਿੱਤਾ, ਅਸੀਂ ਉਹਨੂੰ ਸਤਵਚਨ ਕਰਕੇ ਕਬੂਲ ਕਰ ਲਿਆ ਜੀ। ਪਰ ਜੇ ਸਾਡੇ ਅੰਦਰ ਜੋ ਇੱਥੇ ਸਰਮਾਇਆ ਪਿਆ ਗਿਆਨ ਦਾ, ਜੋ ਜੀਵਨ ਢੰਗ ਦਾ ਇੱਥੇ ਸਰਮਾਇਆ ਪਿਆ, ਅਸੀਂ ਬੜੀ ਹੈਲਦੀ ਲਾਈਫ ਜੀ ਸਕਦੇ ਹਾਂ ਜੀ। ਅਸੀਂ ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ, ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਹੋ ਸਕਦੇ ਜੇ ਅਸੀਂ ਉਸ ਗਿਆਨ ਨੂੰ ਆਪਣੇ ਅਮਲ ਦਾ ਹਿੱਸਾ ਬਣਾ ਲਈਏ, ਤੇ ਆਪਣੇ ਵਿਹਾਰ ਦਾ ਹਿੱਸਾ ਬਣਾ ਲਈਏ ਜੀ। ਉਹਦਾ ਸਤਿਕਾਰ ਕਰਨਾ ਸਿੱਖੀਏ। ਵੈਸੇ ਇੱਕ ਚੀਜ਼ ਹੈ ਬਰੁਣ, ਦੇਖੋ ਜਿੱਦਾਂ ਬੁੱਟਰ ਸਾਹਿਬ ਕਹਿ ਰਹੇ ਨੇ,
ਸਾਡੀਆਂ ਕਈ ਚੀਜ਼ਾਂ ਉਹਨਾਂ ਨੇ ਅਪਣਾਈਆਂ ਅਪਣਾ ਲਈਆਂ, ਹਾਂ। ਜਿੱਦਾਂ ਹੁਣ ਜਾਪਾਨ ਹੈ, ਜਾਪਾਨ ਦੇ ਵਿੱਚ ਇੱਕ ਵਿਧੀ ਸਿਖਾਈ ਜਾਂਦੀ ਹੈ, ਉਹਨੂੰ ਕਹਿੰਦੇ ਨੇ ਇਕਾਗਾਈ। ਇਕਾਗਾਈ ਦੇ ਵਿੱਚ ਕੀ ਹੈ ਕਿ ਤੁਸੀਂ ਆਪਣੇ ਕੁਦਰਤੀ ਗੁਣਾਂ ਨੂੰ ਪਛਾਣੋ, ਉਹਦੇ ਮੁਤਾਬਿਕ ਕੰਮ ਲੱਭੋ, ਫਿਰ ਉਹਨਾਂ ਗੁਣਾਂ ਦਾ ਅਭਿਆਸ ਕਰੋ, ਨਿਖਾਰ ਲਿਆਓ, ਫਿਰ ਉਹਨਾਂ ਗੁਣਾਂ ਨੂੰ ਇਸ ਤਰ੍ਹਾਂ ਕੰਮ ਦੇ ਵਿੱਚ ਲਿਆਓ ਕਿ ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ, ਫਾਇਦਾ ਕਰਨਾ ਹੈ, ਤੇ ਉਹਨਾਂ ਗੁਣਾਂ ਦਾ ਇਸਤੇਮਾਲ ਕਰਕੇ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਇਨਕਮ ਵੀ ਹੋਣੀ ਚਾਹੀਦੀ, ਕਮਾਈ ਵੀ ਹੋਣੀ ਚਾਹੀਦੀ, ਤਾਂ ਕਿ ਤੁਹਾਡਾ ਘਰ ਪਰਿਵਾਰ ਚੱਲ ਸਕੇ, ਤੁਸੀਂ ਤੰਦਰੁਸਤੀ ਦਾ ਤੇ ਇੱਜ਼ਤ ਦਾ ਭੋਜਨ ਖਾ ਸਕੋ। ਹੁਣ ਉਹ ਵੀ ਤੰਦਰੁਸਤੀ ਦੀ ਗੱਲ ਕਰ ਰਹੇ ਨੇ ਉਹਦੇ ਵਿੱਚ, ਸੇਮ ਗੱਲ ਜਿਹੜੀ ਤੁਸੀਂ ਸੱਭਿਆਚਾਰ ਦੀ ਕਰ ਰਹੇ ਹੋ। ਮੈਂ ਕਹਿੰਦਾ ਕਿ ਜੋ ਸਾਡੇ ਕੋਲ ਸਾਡੇ ਬਿਲਕੁਲ ਸਹੀ ਬਜ਼ੁਰਗਾਂ ਨੇ ਹੈ। ਜਿਨ੍ਹਾਂ ਨੇ ਇੰਨੀ ਤਪੱਸਿਆ ਕਰਕੇ ਤੇ ਉਹ ਸਾਰਾ ਕੁਝ ਸੰਭਿਆ, ਅਸੀਂ ਉਹਨੂੰ ਉਹਨਾਂ ਲੋਕਾਂ ਤੱਕ ਲੈ ਕੇ ਨਹੀਂ ਜਾ ਸਕਦੇ। ਲੈ ਕੇ ਨਹੀਂ ਜਾਏ। ਕਿ ਸਾਡੀ ਇਹ ਵੀਕਨੈਸ ਰਹਿ ਗਈ, ਜਾਂ ਸਾਡੇ ਕੋਲ ਸਮਝ ਲਓ ਸਾਧਨ ਹੈ ਨਹੀਂ ਸੀ। ਹੁਣ ਵੇਖੋ ਕਿ ਇੰਡਸਟਰੀ ਦੀ ਜਿਹੜੀ ਇੰਡਸਟਰੀਅਲ ਏਜ ਹੈ, ਜਿਹੜੀ ਸਨਅਤੀ ਯੁੱਗ ਆ, ਉਹਦੇ ਵਿੱਚ ਇੱਕ ਬਿਮਾਰੀ ਆਉਂਦੀ ਆ ਜਿਹਨੂੰ ਆਪਾਂ ਬੇਗਾਨਗੀ ਕਹਿੰਦੇ, ਐਲੀਏਨੇਸ਼ਨ ਕਹਿੰਦੇ ਆ। ਹਾਂਜੀ, ਬੰਦਾ ਐਲੀਏਨੇਟ ਹੋ ਜਾਂਦਾ। ਗੁਰੂ ਨਾਨਕ ਦੇਵ ਜੀ ਅੱਜ ਤੋਂ 500 ਸਾਲ ਪਹਿਲਾਂ, 550 ਸਾਲ ਪਹਿਲਾਂ, ਜਦੋਂ ਕਿਤੇ ਇੰਡਸਟਰੀ ਦਾ ਨਾਮ ਨਿਸ਼ਾਨ ਨਹੀਂ ਸੀ, ਅਸੀਂ ਜਦੋਂ ਅਸੀਂ ਉਹਨਾਂ ਨੂੰ ਤ੍ਰੈ ਕਾਲਦਰਸ਼ੀ ਕਹਿੰਦੇ ਹਸਤੀਆਂ ਕਹਿੰਦੇ ਆ ਨਾ, ਬਿਲਕੁਲ ਕਹਿੰਦੇ ਆ। ਇਹ ਨਿਰਾ ਅੰਧ ਵਿਸ਼ਵਾਸ ਹੀ ਨਹੀਂਗਾ। ਉਹਨਾਂ ਦਾ ਗਿਆਨ ਵੇਖੋ ਤੁਸੀਂ ਜੀ ਕਿ ਉਹ ਜਿਹੜੀ ਐਲੀਨੇਸ਼ਨ ਦੀ ਗੱਲ ਹੁਣ ਸਾਨੂੰ ਡਾਕਟਰਾਂ ਨੇ ਸਮਝਾਈ ਹੈ ਕਿ ਅਬ ਮਸ਼ੀਨਾਂ ਨੇ ਬੰਦੇ ਤੇ ਕਬਜ਼ਾ ਕਰ ਲਿਆ ਤੇ ਬੰਦਾ ਬੇਗਾਨਾ ਹੋ ਗਿਆ। ਜੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਆ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਆਪਣੇ ਘਰ 'ਚ ਹੀ ਤੁਸੀਂ ਬੇਗਾਨੇ ਹੋ ਜਾਂਦੇ ਹੋ। ਸਹੀ ਹੈ। ਪਰ ਅਸੀਂ ਉਹਨਾਂ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਨਹੀਂ ਜਾ ਸਕੇ। ਜੀ। ਅੱਛਾ, ਸਾਡੇ ਨਾਲੋਂ ਉਹ ਲੋਕ ਇਸ ਕਰਕੇ ਕਿ ਉਹਨਾਂ ਦੇ ਕੋਲ ਸਾਧਨ ਜ਼ਿਆਦਾ ਸੀ, ਅਸੀਂ ਉਹਨਾਂ ਦੀਆਂ ਆਪਣੇ ਨਾਲੋਂ ਥੋੜੀਆਂ ਜਿਹੀਆਂ ਹਲਕੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਅਡਾਪਟ ਕਰ ਲਿਆ। ਜੀ ਇਹ ਤੇ ਵੈਸੇ ਇਹ ਜਿਹੜੀ ਰਾਜਾ ਧਿਰ ਹੁੰਦੀ ਆ, ਉਹਦਾ ਅਸਰ ਤੇ ਪੈਣਾ ਹੀ ਹੁੰਦਾ ਆ। ਜੀ ਇਹ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ ਕਿਹਾ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਵੀ ਜਿਨ੍ਹਾਂ ਕੋਲ ਪਾਵਰ ਹੁੰਦੀ ਆ, ਉਹਨਾਂ ਦਾ ਕਲਚਰ ਜਿਹੜਾ ਉਹਨੇ ਲੋਕਾਂ ਤੱਕ ਦੇ ਮਨਾਂ 'ਚ ਉਤਰਨਾ ਹੀ ਉਤਰਨਾ ਹੈ। ਬਿਲਕੁਲ। ਪਰ ਜਦੋਂ ਲੋਕ ਆਪ ਫੈਸ਼ਨ ਵਜੋਂ ਆਪਣੀ ਚੰਗੇ ਕੁਝ ਨੂੰ ਛੱਡ ਕੇ ਦੂਜੇ ਨੂੰ ਅਡਾਪਟ ਕਰਨ ਲੱਪਣ, ਉਹ ਵਿਨਾਸ਼ ਵੱਲ ਨੂੰ ਤੁਰ ਪੈਂਦੀਆਂ ਕੌਮਾਂ। ਬੁੱਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਆ ਨਾ ਸੱਭਿਆਚਾਰ ਦੀ, ਤੇ ਹਮੇਸ਼ਾ ਸਵਾਲ ਚੱਕੇ ਜਾਂਦੇ ਨੇ ਬੱਚਿਆਂ ਦੇ ਉੱਤੇ। ਕੋਈ ਵੀ ਦੇਖ ਲਓ, ਜਦੋਂ ਸਾਡੇ ਮਾਂ-ਬਾਪ ਨਿੱਕੇ ਸੀ, ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਤੇ ਸਵਾਲ ਚੱਕੇ, ਜਦੋਂ ਅਸੀਂ ਨਿੱਕੇ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਤੇ ਚੱਕੇ, ਕਿ ਅੱਜ ਕੱਲ ਦੇ ਨਿਆਣਿਆਂ ਨੂੰ ਸੱਭਿਆਚਾਰ ਨਹੀਂ ਸਾਂਭਣਾ ਆਉਂਦਾ। ਅੱਜ ਕੱਲ ਦੇ ਬੱਚੇ ਸੱਭਿਆਚਾਰ ਨਾਲ ਨਹੀਂ ਜੁੜੇ ਹੋ। ਹਰੇਕ ਬੱਚੇ ਦੀ ਪੀੜ੍ਹੀ ਨੂੰ, ਹਰੇਕ ਬਜ਼ੁਰਗ ਪੀੜ੍ਹੀ ਤੋਂ ਇਹ ਗੱਲ ਸੁਣਨ ਚ ਮਿਲੀ ਹੋਊਗੀ ਕਿ ਤੁਹਾਨੂੰ ਨਹੀਂ ਪਤਾ ਲੱਗਦਾ ਕਿੱਦਾਂ ਕੀ ਕਰੀਦਾ ਹੁੰਦਾ। ਸਕੂਲਾਂ ਦੇ ਵਿੱਚ ਇਹਨਾਂ ਨੂੰ ਸਿੱਖਿਆ ਦਿਓ ਜੀ, ਇਹਨਾਂ ਨੂੰ ਸੱਭਿਆਚਾਰ ਪੜ੍ਹਾਓ, ਬੱਚਿਆਂ ਦਾ ਜੀਵਨ ਜਾਂਚ ਸੱਭਿਆਚਾਰ ਨਾਲ ਭਰ ਦਿਓ। ਕਿਵੇਂ ਇੱਕ ਬੱਚੇ ਨੂੰ ਸੱਭਿਆਚਾਰ ਦੇ ਨਾਲ ਜੋੜ ਦਈਏ? ਪਹਿਲੀ ਗੱਲ ਤੇ ਇਹ ਜਿਹੜੇ ਇਤਰਾਜ਼ ਆ ਨਾ, ਇਹ ਇਤਰਾਜ਼ ਸਾਡੀ ਉਪਭਾਵਕਤਾ ਚੋਂ ਨਿਕਲਦੇ ਆ ਜੀ। ਤੁਸੀਂ ਹੁਣ ਕਿੱਦਾਂ ਸੋਚ ਸਕਦੇ ਹੋ ਕਿ ਤੁਹਾਡੇ ਘਰ ਕੋਈ ਗੈਸਟ ਆਇਆ ਤੇ ਤੁਸੀਂ ਉਹਨੂੰ ਪੀੜੀ ਦੇ ਉੱਤੇ ਚਾਹ ਦਾ ਗਲਾਸ ਫੜਾ ਦਿੱਤਾ, ਪਿਆ ਬੈਠੋ? ਨਹੀਂ ਹੋ ਸਕਦਾ। ਹੁਣ ਬਹੁਤ ਸਾਰੇ ਸਾਡੇ ਕਿੰਨੇ ਕੰਮਕਾਰ, ਸਾਡੇ ਸਾਰੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਵਿਹਾਰ ਜਿਹੜੇ ਆ ਜ਼ਮੀਨ ਤੇ ਬੈਠ ਕੇ ਹੁੰਦੇ। ਬਿਲਕੁਲ ਸਹੀ ਹੈ। ਜ਼ਮੀਨ ਤੇ ਬੈਠ ਕੇ। ਹੁਣ ਕਿੰਨੇ ਲੋਕ ਆ ਕਿ ਕਿਤੇ ਕਿਸੇ ਦੇ ਅੰਤਮ ਅਰਦਾਸ ਤੇ ਜਾਂਦੇ ਆ ਮੰਦਿਰ 'ਚ, ਗੁਰਦੁਆਰੇ 'ਚ, ਤੇ ਬਾਹਰ ਬੈਠੇ ਰਹਿੰਦੇ ਆ ਕਿ ਜਦੋਂ ਭੋਗ ਜਾ ਪੈਣਾ ਨਾ, ਉਦੋਂ ਅੰਦਰ ਜਾ ਕੇ ਜੁੱਤੀ ਲਾ ਕੇ ਤੇ ਮੱਥਾ ਟੇਕਾਂਗੇ, ਕਿਉਂਕਿ ਬੈਠਾ ਨਹੀਂ ਜਾਣਾ। ਠੀਕ ਹੈ। ਕਿਉਂ ਜਦੋਂ ਸਾਡੇ ਕੰਮਕਾਰ ਹੀ ਬਦਲ ਗਏ, ਸਾਡੀ ਖੇਤੀਬਾੜੀ ਦੇ ਸਾਰੇ ਕੰਮ ਜਿਹੜੇ ਜ਼ਮੀਨ ਤੇ ਬੈਠ ਕੇ ਹੁੰਦੇ ਸੀ। ਜੀ। ਤੁਸੀਂ ਕੈਨੇਡਾ ਅਮਰੀਕਾ ਜਾ ਕੇ ਦੇਖੋ, ਉਹ ਸਾਰੇ ਜ਼ਮੀਨ ਤੇ ਖੜੋ ਕੇ ਹੁੰਦੇ ਕੰਮ। ਉਹ ਪੱਠੇ ਵੀ ਖੜੋ ਕੇ ਵੱਢਦੇ ਆ। ਜੀ। ਸਾਰੇ ਕੰਮ ਉਹਨਾਂ ਦੇ ਖੜੋ ਕੇ ਹੁੰਦੇ ਆ। ਜਦੋਂ ਸਾਡੇ ਕੰਮਕਾਰ ਬਦਲ ਗਏ ਆ ਤੇ ਸਾਡੇ ਉਹ ਜਿਹੜੇ ਵਿਧੀ ਵਿਧਾਨ ਆ, ਉਹਨਾਂ ਦੇ ਉੱਤੇ ਅਸਰ ਮਾੜਾ ਪੈਣਾ ਹੀ ਪੈਣਾ ਆ। ਕਿ ਹੁਣ ਲੋਕੀ ਕਹਿੰਦੇ ਵੀ ਆਹ ਤੇ ਆਇਆ ਹੀ ਰਾਮਾ ਜਾਂ ਲਾਉਣ, ਮੂੰਹ ਵਿਖਾਉਣ ਆ ਗਿਆ। ਉਹ ਮੂੰਹ ਵਿਖਾਉਣ ਇਸ ਕਰਕੇ ਉਹ ਕਿਹਦੀਆਂ ਆਪਣੀਆਂ ਸਮੱਸਿਆਵਾਂ ਆ। ਜੀ ਬੁੱਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਓ, ਇਦਾਂ ਹੀ ਯੂਨਾਈਟਿਡ ਸਟੇਟਸ ਦੇ ਇੱਕ ਟੀਚਰ ਹੈਗੇ ਨੇ, ਅਧਿਆਪਕ ਨੇ, ਜੌਨ ਹੰਟਰ। ਉਹਨਾਂ ਨੇ ਇੱਕ ਖੇਡ ਬਣਾਈ ਹੈ ਕਿ ਬੱਚਿਆਂ ਨੂੰ ਕਿੱਦਾਂ ਸਿਖਾਉਣਾ ਹੈ ਕਿ ਦੁਨੀਆ ਵਿੱਚ ਸ਼ਾਂਤੀ ਹੋਵੇ। ਵਰਲਡ ਪੀਸ ਗੇਮ ਉਹਦਾ ਨਾਂ ਰੱਖਿਆ, ਔਰ ਕਈ ਮੁਲਕਾਂ ਨੇ ਅਪਣਾਈ ਹੈ ਸਕੂਲਾਂ ਦੇ ਵਿੱਚ, ਉਹਨੂੰ ਪ੍ਰਾਇਮਰੀ ਸਿੱਖਿਆ ਦੇ ਵਿੱਚ ਉਹਨੂੰ ਜੋੜਿਆ ਜਾਂਦਾ ਹੈ। ਸੋ ਜਿਸ ਤਰ੍ਹਾਂ ਬੱਚਿਆਂ ਨੂੰ ਹੀ ਸਿਖਾਉਣਾ ਹੈ ਤੇ ਨਾਲ ਹੀ ਅਸੀਂ ਜਵਾਨਾਂ ਨੂੰ ਵੀ, ਨੌਜਵਾਨਾਂ ਨੂੰ ਵੀ ਸਿਖਾਉਣਾ ਹੈ ਕਿ ਉਹ ਪੁਰਾਤਨ ਸੱਭਿਆਚਾਰ ਨੂੰ ਨਵੇਂ ਸੱਭਿਆਚਾਰ ਨਾਲ ਕਿਵੇਂ ਜੋੜਨ। ਇਹ ਤੁਸੀਂ ਕਿੱਦਾਂ ਸਮਝਾਉਣਾ ਚਾਹੋਗੇ? ਵੇਖੋ, ਜਿਹੜੀਆਂ ਸਾਡੀਆਂ ਬੁਨਿਆਦੀ ਕਦਰਾਂ ਕੀਮਤਾਂ ਜਿਹੜੀਆਂ ਸਾਡੀ
ਇਸ ਖਿੱਤੇ ਦੇ ਉੱਤੇ ਰਹਿਣ ਵਾਲੇ ਲੋਕਾਂ ਦੀ ਸ਼ਨਾਖਤ ਦਾ ਆਧਾਰ ਨੇ, ਬਿਲਕੁਲ। ਉਹਨੂੰ ਤਾਂ ਨਹੀਂਗਾ ਛੱਡਣਾ ਚਾਹੀਦਾ। ਜਦੋਂ ਉਹਨੂੰ ਛੱਡ ਗਏ ਫਿਰ ਤੁਸੀਂ ਬੇਗਾਨਗੀ ਦਾ ਸ਼ਿਕਾਰ ਹੋਗੇ, ਫਿਰ ਤੁਸੀਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਗੇ ਜੀ। ਪਰ ਕੁਝ ਚੀਜ਼ਾਂ ਜਿਹੜੀਆਂ ਹੁਣ ਦੇਖੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰਿਸ਼ਤੇਦਾਰ ਆਉਂਦੇ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ, ਤੇ ਉਸ ਵੇਲੇ ਇਦਾਂ ਨਹੀਂ ਸੀ, ਥੱਲੇ ਚਗਾਠ ਦੇ ਵਿੱਚ ਮੋਰੀ ਕਰਕੇ ਤੇ ਤਖਤਾ ਦਾ ਉਹ ਇਦਾਂ ਫਸਾਇਆ ਹੁੰਦਾ ਸੀ ਜੀ ਦਰਵਾਜ਼ੇ ਦਾ ਜੀ। ਉਹ ਜਦੋਂ ਬਾਰ-ਬਾਰ ਖੁੱਲਣਾ ਦਰਵਾਜ਼ਾ ਚੀਂ ਚੀਂ ਹੁੰਦੀ ਤੇ ਇਰੀਟੇਸ਼ਨ ਹੁੰਦੀ ਸੀ, ਉਹਦੇ 'ਚ ਤੇਲ ਪਾ ਦਿੰਦੇ ਸੀ ਜੀ। ਵੀ ਜੇ ਹੁਣ ਰਿਸ਼ਤੇਦਾਰ ਆਏ ਆ, ਹੁਣ ਕੀ ਹੁੰਦਾ, ਮਾਰਬਲ ਲੱਗਾ ਹੁੰਦਾ ਕੋਠੀ 'ਚ, ਗੇਟ ਲੋਹੇ ਦਾ ਹੁੰਦਾ ਹੈ, ਤੇ ਨਾਨਕਾ ਮੇਲ ਆਉਂਦਾ ਤੇ ਉੱਥੇ ਤੇਲ ਚੋਂਦੇ ਉੱਥੇ ਤੇਲ ਚੋਂਦੇ, ਪ੍ਰਾਹੁਣੇ ਅਜੇ ਜਾ ਚਾਹ ਨਹੀਂ ਪੀਂਦੇ ਤੇ 5000 ਕੀੜੀ ਉੱਥੇ ਗੇਟ ਤੇ ਆਈ ਹੁੰਦੀ ਸਹੀ ਹੈ, ਸਹੀ ਹੈ। ਇਹ ਤੇ ਹੁਣ ਫਿਰ ਇਹ ਫਾਰਮੈਲਿਟੀਜ਼ ਹੋ ਗਈਆਂ। ਇਹ ਚੀਜ਼ਾਂ ਕਦੀ ਲੋੜ ਚੋਂ ਨਿਕਲੀਆਂ। ਜੋ ਵੀ ਕਲਚਰ ਦੀਆਂ ਚੀਜ਼ਾਂ ਨਾ, ਉਹਦੇ ਪਿੱਛੇ ਇੱਕ ਬੁਨਿਆਦੀ ਕੋਈ ਲੌਜਿਕ ਵੀ ਸੀ, ਜੀ ਜ਼ਰੂਰਤ ਸੀ ਸਾਡੀ। ਬਿਲਕੁਲ। ਅੱਛਾ, ਜਦੋਂ ਉਹ ਲੌਜਿਕ ਖਤਮ ਹੋ ਜਾਊਗਾ ਹਾਂਜੀ, ਤੇ ਉਹ ਇੱਕ ਰਸਮ ਮਾਤਰ ਤੇ ਰਹਿ ਜਾਊ, ਪਰ ਉਹਦੀ ਸਾਰਥਕਤਾ ਖਤਮ ਹੋ ਜਾਂਦੀ ਹੈ ਨਾਲ ਹੀ, ਕਿਉਂਕਿ ਜਦੋਂ ਬੁਨਿਆਦ ਹੀ ਖਤਮ ਹੋ ਗਈ। ਹੁਣ ਸਾਨੂੰ ਕਿਉਂ ਇਹ ਦੱਸਿਆ ਜਾਂਦਾ ਆ ਕਿ ਸਦਾ ਸੱਚ ਬੋਲੋ? ਜੀ। ਕਿਉਂ ਦੱਸਿਆ ਜਾਂਦਾ? ਇਹ ਕਰਕੇ ਕਿ ਇਸ ਸੁਸਾਇਟੀ ਵਿੱਚ ਝੂਠ ਬੋਲਿਆ ਜਾਂਦਾ। ਹਾਂ। ਔਰ ਮੈਂ ਤੁਹਾਨੂੰ ਦੱਸਦਾ, ਮੇਰੀ ਬੇਟੀ ਫੋਰਨ 'ਚ ਆ ਜੀ। ਮੈਂ ਉਹਨੂੰ ਕਿਹਾ ਵੀ ਬੇਟਾ ਤੂੰ ਮੈਨੂੰ ਇਹ ਦੱਸ ਕਿ ਆਪਣੇ ਬੰਦਿਆਂ 'ਚ ਤੇ ਇੱਥੋਂ ਦੇ ਬੰਦਿਆਂ ਦੇ ਵਿੱਚ ਕੀ ਫਰਕ ਹੈ? ਜੀ। ਉਹ ਕਹਿੰਦੀ 3 ਕੈਟਾਗਰੀਆਂ। ਇੱਕ ਤੇ ਉਹ ਬੰਦੇ ਜਿਹੜੇ ਇੱਥੋਂ ਦੇ ਵਸਨੀਕ ਆ, ਹਾਂਜੀ, ਉਹ ਤੇ ਜੇ ਕਦੇ ਜ਼ਿੰਦਗੀ 'ਚ ਝੂਠ ਬੋਲਣ ਤਾਂ ਇਦਾਂ ਪਰੇਸ਼ਾਨ ਹੋ ਜਾਂਦੇ ਵੀ ਕਿਤੇ ਪਤਾ ਨਾ ਲੱਗ ਜਾਵੇ। ਬੜੀ ਮਾੜੀ ਗੱਲ ਜੇ ਕਦੇ ਬੋਲਿਆ ਜਾਵੇ ਝੂਠ। ਅੱਛਾ ਜੀ। ਤੇ ਜਿਹੜੇ ਇੱਥੇ ਦੇ ਜੰਪਲ ਨੇ ਸਾਡੇ ਬੰਦੇ, ਉਹ 5-7% ਝੂਠ ਬੋਲ ਲੈਂਦੇ ਪਰ ਲੁਕਾ ਕੇ। ਅੱਛਾ ਜੀ। ਤੇ ਇੱਕ ਕਹਿੰਦੇ ਜਿਹੜੇ ਅਸੀਂ ਆਏ ਆ, ਅਸੀਂ ਸਵਾਏ ਝੂਠ ਤੋਂ ਕੁਝ ਬੋਲਦੇ ਨਹੀਂ। ਪਰ ਇਹ ਕੀ ਆ? ਸਾਨੂੰ ਕਹਿਣ ਦੀ ਕਿਉਂ ਲੋੜ ਪਈ ਕਿ ਇਮਾਨਦਾਰੀ ਚੰਗੀ ਪਾਲਿਸੀ? ਇਮਾਨਦਾਰੀ ਕੋਈ ਪਾਲਿਸੀ ਹੈ? ਨਹੀਂ, ਇਹ ਤਾਂ ਸੱਭਿਆਚਾਰ ਹੈ। ਨਹੀਂ, ਇਹ ਕੋਈ ਪਾਲਿਸੀ ਥੋੜੀ ਹੈ। ਜਦੋਂ ਅਸੀਂ ਉਹਨੂੰ ਪਾਲਿਸੀ ਕਹਿਤਾ, ਸਦਾ ਸੱਚ ਬੋਲੋ, ਕਿਉਂ ਕਹਿਣ ਦੀ ਲੋੜ ਪਈ? ਕਿ ਇਹ ਚੀਜ਼ਾਂ ਸਾਡੀ ਉਸ ਸਵਾਰਥ ਦੇ ਨਾਲ ਟਿਕੀਆਂ ਹੋਈਆਂ। ਜੀ। ਜਿਹੜੇ ਸੁਤੰਤਰ ਹੋ ਗਏ, ਜਿਹੜੇ ਤੁਸੀਂ ਵੇਖੋ ਸਾਡੇ ਜਿਹੜੇ ਮਹਾਨਾਇਕ ਆ ਸਾਡੇ ਕਲਚਰ ਦੇ ਵਿੱਚ, ਜਿਨ੍ਹਾਂ ਨੇ ਸਰਬੰਸ ਵਾਰ ਦਿੱਤੇ ਆ, ਜੀ, ਉਹ ਨਾਇਕ ਇਸ ਕਰਕੇ ਆ ਨਾ ਕਿ ਉਹਨਾਂ ਨੇ ਉਹ ਉਸਾਰੂ ਕਦਰਾਂ ਕੀਮਤਾਂ ਤੇ ਪਹਿਰਾ ਦਿੱਤਾ ਆ। ਬਿਲਕੁਲ। ਹਾਂਜੀ, ਬੜਾ ਪ੍ਰਭਾਵ ਪੈ ਗਿਆ ਤੁਹਾਡੇ ਤੇ। ਦੇਖੋ, ਮੈਂ ਉਹੀ ਕਹਿਣ ਲੱਗੀ ਸੀ, ਪਹਿਰਾ ਦਿੱਤਾ, ਬਹੁਤ ਸੋਹਣੀ ਗੱਲਬਾਤ ਹੋਈ। ਪਹਿਲਾਂ ਮੈਂ ਤੁਹਾਡਾ ਪ੍ਰਭਾਵ ਗ੍ਰਹਿਣ ਕਰ ਰਹੀ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਪਰ ਅਸਲੀ ਪ੍ਰਭਾਵ ਅਜੇ ਇੱਧਰੋਂ ਪਿਆ। ਮੇਰੇ ਤੇ ਵੀ ਪੈ ਗਿਆ, ਸਾਡੇ ਦਰਸ਼ਕਾਂ ਤੇ ਵੀ ਪੈ ਗਿਆ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ ਤੁਹਾਡਾ।